ਇਸ ਜੋੜੇ ਦੀ ਅਸੀਂ ਤੁਹਾਨੂੰ ਅਜਿਹੀ ਕਹਾਣੀ ਅੱਜ ਸੁਣਵਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਅਸੀਂ ਕਹਿ ਸਕਦੇ ਹਾਂ ਕਿ ਰੱਬ ਸੱਚੀ ਮੁੱਚੀ ਚੇਤੇ ਆ ਜਾਂਦਾ ਹੈ। ਸਾਡੇ ਨਾਲ ਕੁਝ ਐਸਾ ਹੋਇਆ ਕਿ ਮੈਂ ਕੁਦਰਤ ਦੇ ਕੰਮ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਕੁਦਰਤ ਨੇ ਮੈਨੂੰ ਬਹੁਤ ਹੀ ਜ਼ਬਰਦਸਤ ਸਬਕ ਸਿਖਾਇਆ। ਸਾਡੇ ਕਿਸੇ ਰਿਸ਼ਤੇਦਾਰ ਨੂੰ ਬੱਚੇ ਦੀ ਲੋੜ ਸੀ, ਖਾਸ ਕਰ ਲੜਕੇ ਦੀ। ਇਨਫੈਕਟ ਕਿ ਉਹਨਾਂ ਦੇ ਘਰ ਬੇਟੀਆਂ ਨੇ। ਮੇਰੀ ਪਤਨੀ ਨੇ ਮੈਨੂੰ ਰਿਕੁਐਸਟ ਕੀਤੀ ਕਿ ਮੇਰੇ ਬ੍ਰਦਰ ਨੂੰ, ਮੇਰੇ ਮਾਮਾ ਜੀ ਦੇ ਲੜਕੇ ਨੂੰ ਅੱਗੇ ਲੜਕੇ ਦੀ ਜ਼ਰੂਰਤ ਆ ਉਹਨਾਂ ਦੇ ਪਰਿਵਾਰ ਦੇ ਵਿੱਚ। ਸਾਨੂੰ ਉੱਥੇ ਬੱਚਾ ਦੇਖਣ ਨਹੀਂ ਸੀ ਦਿੱਤਾ ਜਾਂਦਾ ਹਸਪੀਟਲ ਦੇ ਵਿੱਚ। ਸਾਨੂੰ ਇਹ ਦੱਸਿਆ ਗਿਆ ਕਿ ਆਪਰੇਸ਼ਨ ਸਕਸੈਸਫੁਲ ਰਿਹਾ, ਲਗਭਗ 1.5 ਲੱਖ ਰੁਪਇਆ ਖਰਚ ਆਊਗਾ ਤੁਹਾਡਾ ਟ੍ਰੀਟਮੈਂਟ ਦੇ ਉੱਪਰ। ਤੇ ਚਲੋ ਕੋਈ ਗੱਲ ਨਹੀਂ, ਅਸੀਂ ਇਸ ਗੱਲ ਲਈ ਤਿਆਰ ਸੀ ਵੀ ਪੈਸੇ ਦੀ ਕੋਈ ਗੱਲ ਨਹੀਂ ਹੈ। ਬਟ ਸਮੇਂ ਦੇ ਨਾਲ ਮੁਸੀਬਤਾਂ ਵੱਧਦੀਆਂ ਚਲੀਆਂ ਗਈਆਂ। ਸੂਈਆਂ ਲਗਾਉਂਦੇ ਸੀ, ਕਈ ਵਾਰੀ ਉਹਦੀਆਂ ਨਾੜਾਂ ਬਿਲਕੁਲ ਡੈਮੇਜ ਕਰਤੀਆਂ ਸੀ ਉਹਨਾਂ ਨੇ। ਸੂਈਆਂ ਲਗਾ ਕੇ, ਕਿਉਂਕਿ ਵੀਕ ਬਹੁਤ ਸੀ, ਵੇਨ ਲੱਭਦੀ ਨਹੀਂ ਸੀਗੀ, ਉਹ ਫਿਰ ਸੂਈਆਂ ਲਗਾ ਕੇ ਟ੍ਰੀਟਮੈਂਟ ਕਰਦੇ ਸੀ। ਕਦੇ ਕਿਤੇ ਲਗਾਤੀ, ਕਦੇ ਕਿਤੇ। ਉੱਥੇ ਉਹਨਾਂ ਨੇ ਪੇਟ ਦੇ ਵਿੱਚ ਸੁਰਾਖ ਕੀਤਾ, ਫੂਡ ਵਾਲੀ ਪਾਈਪ ਲਗਾਈ, ਸਿਰਿੰਜ ਨਾਲ ਦੁੱਧ ਦਿੰਦੇ ਸੀਗੇ। ਇੱਕ ਛੇਦ ਇੱਥੇ ਕੀਤਾ ਤਾਂ ਕਿ ਉਹਦੇ ਮੂੰਹ 'ਚ ਥੋੜ੍ਹਾ ਜਿਹਾ ਸਵਾਦ ਲਈ ਅਸੀਂ ਦੁੱਧ ਦਿੰਦੇ ਸੀ ਜਾਂ ਕੁਝ ਵੀ ਦਿੰਦੇ ਸੀ, ਉਹ ਨਾਲ ਦੀ ਨਾਲ ਇੱਥੋਂ ਨਿਕਲ ਜਾਂਦਾ ਸੀ। ਜਿੱਥੇ ਵੀ ਮੈਂ ਗਿਆ ਇੱਕ ਚੀਜ਼ ਦੇਖੀ ਕਿ ਇਹਨਾਂ ਲੋਕਾਂ 'ਚ ਇਨਸਾਨੀਅਤ ਨਹੀਂ ਹੈ। ਡਾਕਟਰ ਇਨਸਾਨੀਅਤ ਨੂੰ ਭੁੱਲ ਗਏ। ਬਹੁਤ ਜ਼ਿਆਦਾ ਪੀੜਾ ਸਾਡੇ ਬੱਚੇ ਨੂੰ ਹੁੰਦੀ ਸੀ ਜਦੋਂ ਸੂਈਆਂ ਚੁਭਾਈਆਂ ਜਾਂਦੀਆਂ। ਸੂਈਆਂ ਬੇਰਹਿਮੀ ਨਾਲ ਚੁਭਾਈਆਂ ਜਾਂਦੀਆਂ ਸੀ, ਗੈਰ ਇਨਸਾਨੀ ਢੰਗ ਨਾਲ ਚੁਭਾਈਆਂ ਜਾਂਦੀਆਂ ਸੀ। ਜਦੋਂ ਮੇਰਾ ਬੱਚਾ ਪੂਰਾ ਹੋਇਆ ਸੀ ਤਾਂ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਸੀ ਕਿ ਇਹਦੇ ਦੁੱਖ ਕੱਟੇ ਗਏ ਆ। ਜ਼ਿੰਦਗੀ ਦੇ ਵਿੱਚੋਂ ਕੀ ਸਬਕ ਲਿਆ? ਲੋਕਾਂ ਨੂੰ ਤੁਸੀਂ ਕੀ ਸੁਨੇਹਾ ਇਸ ਵੀਡੀਓ ਜ਼ਰੀਏ ਦੇਣਾ ਚਾਹੁੰਦੇ ਹੋ? ਕੁਦਰਤ ਦਾ ਸਤਿਕਾਰ ਕਰਨ ਲੱਗੋਗੇ, ਤੁਹਾਡੀਆਂ ਬਿਮਾਰੀਆਂ ਤੋਂ ਤੁਹਾਨੂੰ ਜ਼ਰੂਰ ਖੈਰ ਮਿਲੂਗੀ, ਤੁਸੀਂ ਬਚ ਸਕਦੇ ਹੋ। ਅਤੇ ਖਾਸ ਮੈਂ 3-4 ਬਿਮਾਰੀਆਂ ਜਿਨ੍ਹਾਂ ਦਾ ਹਰ ਹਾਲਤ ਦੇ ਵਿੱਚ ਆਪਰੇਸ਼ਨ ਦੱਸਿਆ ਜਾਂਦਾ, ਮੈਂ ਉਹਨਾਂ ਦੇ ਉੱਪਰ ਕੋਸ਼ਿਸ਼ ਕੀਤੀ, ਫ੍ਰੀ ਦੇ ਵਿੱਚ ਟਰਾਇਲ ਕੀਤੇ। ਮੈਂ ਲੋਕਾਂ ਨੂੰ ਫ੍ਰੀ ਆਯੁਰਵੈਦਿਕ ਮੈਡੀਸਨ ਜਾਂ ਨੇਚਰੋਪੈਥੀ ਟ੍ਰੀਟਮੈਂਟ ਦਿੱਤਾ। ਲਗਭਗ ਕੋਈ ਵੀ ਪ੍ਰੋਬਲਮ ਜਿੱਥੇ ਤੁਹਾਨੂੰ ਲੱਗਦਾ ਕਿ ਮਾਡਰਨ ਮੈਡੀਸਨ ਕੰਮ ਨਹੀਂ ਆਏਗੀ, ਫੋਰ ਐਗਜ਼ਾਮਪਲ ਗੋਲ ਸਟੋਨ ਲਗਾ ਲਓ, ਪਿੱਤੇ ਦੀ ਪੱਥਰੀ ਲਗਾ ਲਓ, ਫੈਟੀ ਲੀਵਰ ਲਗਾ ਲਓ, ਜਾਂ ਕੁਝ ਲੇਡੀਜ਼ ਇਸ ਤਰ੍ਹਾਂ ਦੀਆਂ ਨੇ ਅੱਜ ਕੱਲ੍ਹ ਇਨਫਰਟੀਲਿਟੀ ਦਾ ਬਹੁਤ ਜ਼ਿਆਦਾ ਚੱਕਰ ਪਿਆ ਹੋਇਆ ਵਾ, ਬੱਚਾ ਨਹੀਂ ਹੋ ਰਿਹਾ ਲੋਕਾਂ ਨੂੰ ਫੈਮਿਲੀ ਦੇ ਵਿੱਚ, ਕਾਫੀ ਸਾਲ ਹੋ ਗਏ ਮੈਰਿਜ ਹੋਇਆਂ ਨੂੰ, ਜਾਂ ਬੱਚਿਆਂ ਦੇ ਵਿੱਚ ਰਸੌਲੀਆਂ ਲਗਾ ਲਓ, ਲਕੋਰੀਆ ਲਗਾ ਲਓ, ਸ਼ੂਗਰ ਲਗਾ ਲਓ, ਕੋਈ ਵੀ ਮਤਲਬ ਕੰਪਲੀਕੇਟਡ ਪ੍ਰੋਬਲਮ ਜਿੱਥੇ ਮਾਡਰਨ ਮੈਡੀਸਨ ਮਤਲਬ ਬਹੁਤੀ ਜ਼ਿਆਦਾ ਸਕਸੈਸਫੁਲ ਨਹੀਂ ਹੈਗੀ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਨੇਚਰੋਪੈਥੀ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਕਾਮਯਾਬ ਹੋ ਰਹੀ ਆ। ਸਤਿ ਸ਼੍ਰੀ ਅਕਾਲ ਜੀ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਬੜਾ ਹੀ ਨਵੇਕਲਾ ਵਿਸ਼ਾ ਜਿਹੜਾ ਤੁਹਾਡੇ ਨਾਲ ਅਸੀਂ ਲੈ ਕੇ ਆ ਰਹੇ ਹਾਂ। ਇੱਕ ਅਜਿਹੇ ਜੋੜੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਖੁਦ ਸਾਨੂੰ ਫ਼ੋਨ ਕੀਤਾ, ਫ਼ੋਨ ਕਰਕੇ ਕਿਹਾ ਕਿ ਅਸੀਂ ਆਪਣੀ ਕਹਾਣੀ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਅਸੀਂ ਉਹਨਾਂ ਲੋਕਾਂ ਤੱਕ ਉਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਜਿਹੜੇ ਕੁਦਰਤ ਦੀ ਖੇਡ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ, ਕੁਦਰਤ ਦੀ ਪ੍ਰਕਿਰਿਆ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ। ਉਸ ਈਸ਼ਵਰ, ਅੱਲਾ, ਵਾਹਿਗੁਰੂ ਨੇ ਜੋ ਪ੍ਰਕਿਰਤਿਕ ਸਾਜੀ ਹੈ, ਜੋ ਕੁਦਰਤ ਸਾਜੀ ਹੈ, ਉਸ ਦੇ ਵਿੱਚ ਦਖਲਅੰਦਾਜ਼ੀ ਦੇਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਫਿਰ ਉਹਨਾਂ ਦਾ ਹਾਲ ਹੈ ਜਿਹੜਾ ਜਦੋਂ ਅਸੀਂ ਉਹਨਾਂ ਦੇ ਮੂੰਹੋਂ ਸੁਣਿਆ ਤਾਂ ਉਹ ਕਾਫੀ ਡਰਾਵਨਾ ਸੀ ਅਤੇ ਕਾਫੀ ਹੈਰਾਨ ਕਰ ਦੇਣ ਵਾਲਾ ਸੀ। ਅੱਜ ਮੇਰੇ ਨਾਲ ਨੇ ਜਿਹੜੇ ਲੁਧਿਆਣਾ ਦੇ ਰਹਿਣ ਵਾਲੇ ਆਨੰਦ ਕੁਮਾਰ ਨੇ, ਜਿਹੜਾ ਕਿ ਮੇਰੇ ਸੱਜੇ ਪਾਸੇ ਬੈਠੇ ਨੇ, ਅਤੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਨੇ ਪੂਜਾ। ਇਸ ਜੋੜੇ ਦੀ ਅਸੀਂ ਤੁਹਾਨੂੰ ਅਜਿਹੀ ਕਹਾਣੀ ਅੱਜ ਸੁਣਵਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਅਸੀਂ ਕਹਿ ਸਕਦੇ ਹਾਂ ਕਿ ਰੱਬ ਸੱਚੀ ਮੁੱਚੀ ਚੇਤੇ ਆ ਜਾਂਦਾ। ਕੀ ਕਹਾਣੀ ਹੈ, ਕਿਸ ਤਰੀਕੇ ਨਾਲ ਜਿਹੜਾ ਇਹਨਾਂ ਦੀ ਜ਼ਿੰਦਗੀ ਅਸੀਂ ਇਹ ਕਹਿ ਸਕਦੇ ਹਾਂ ਕਿ ਸੁੱਕੇ ਹੋਏ ਦਰਖਤ ਵਾਂਗਰ ਹੋ ਗਈ ਜਦੋਂ ਇਹਨਾਂ ਨੇ ਹਰੀ ਭਰੀ ਕੁਦਰਤ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਗੱਲਬਾਤ ਸ਼ੁਰੂ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ 'ਤੇ। ਪਹਿਲਾਂ ਆਨੰਦ ਜੀ, ਮੈਂ ਤੁਹਾਡੇ ਹੌਸਲੇ ਨੂੰ ਸਲਾਮ ਕਰਦਾ, ਜਜ਼ਬੇ ਨੂੰ ਸਲਾਮ ਕਰਦਾ ਕਿ ਤੁਸੀਂ ਐਡਾ ਹੌਸਲਾ ਦਿਖਾਇਆ ਔਰ ਲੋਕਾਂ ਨੂੰ ਤੁਸੀਂ ਜਿਹੜਾ ਜਾਗਰੂਕ ਕਰਨ ਦੀ ਕੋਸ਼ਿਸ਼ ਹੈ। ਅੱਛਾ, ਇਹ ਦੱਸੋ ਕੀ ਹੋਇਆ ਸੀ? ਤੁਸੀਂ ਆਪਣੇ ਰਿਸ਼ਤੇਦਾਰਾਂ ਵਾਸਤੇ ਕੀ ਕਰਨ ਲੱਗੇ ਸੀ, ਕਿ ਕੀ ਸੋਚ ਕੇ ਕਰਨ ਲੱਗੇ ਸੀ ਔਰ ਫਿਰ ਕੀ ਹੋਇਆ? ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਫਾਰੂਕੀ ਜੀ, ਜੋ ਤੁਸੀਂ ਇੱਥੇ ਆਏ, ਸਾਨੂੰ ਰੀਪ੍ਰੈਜ਼ੈਂਟ ਕਰਨ ਲੱਗੇ ਹੋ ਪਬਲਿਕ ਦੇ ਸਾਹਮਣੇ। ਸਾਡੇ ਨਾਲ ਕੁਝ ਐਸਾ ਹੋਇਆ ਕਿ ਮੈਂ ਕੁਦਰਤ ਦੇ ਕੰਮ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਕੁਦਰਤ ਨੇ ਮੈਨੂੰ ਬਹੁਤ ਹੀ ਜ਼ਬਰਦਸਤ ਸਬਕ ਸਿਖਾਇਆ।
ਇੰਨਾ ਜ਼ਬਰਦਸਤ ਸਬਕ ਸਿਖਾਇਆ ਕਿ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਲੋਕਾਂ ਨੂੰ ਇਹੀ ਗੱਲ ਕਹਿ ਰਿਹਾ ਕਿ ਕੁਦਰਤ ਦੇ ਕੰਮ ਦੇ ਵਿੱਚ ਦਖਲ ਨਾ ਦਿਓਗੇ ਤਾਂ ਬਹੁਤ ਜ਼ਿਆਦਾ ਵਧੀਆ। ਅੱਜ ਵੀ ਸਾਡੇ ਕੋਲੇ ਮੌਕਾ ਹੈ, ਆਪਾਂ ਸੰਭਲੀਏ, ਕੁਦਰਤ ਦੀ ਰਿਸਪੈਕਟ ਕਰੀਏ। ਕੀ ਕਿਸ ਤਰੀਕੇ ਨਾਲ ਦਖਲ ਅੰਦਾਜ਼ੀ ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਕਿਸ ਤਰੀਕੇ ਦਾ ਜਿਹੜਾ ਸਬਕ ਹੈ ਫਿਰ ਜਿਹੜਾ ਤੁਹਾਨੂੰ ਸਿਖਾਇਆ? ਤੁਸੀਂ ਦੱਸਿਆ ਕਿ ਹਰ ਤਰ੍ਹਾਂ ਤੋਂ ਅਸੀਂ ਜਿਹੜੀ ਕਹਿ ਸਕਦੇ ਹਾਂ ਕਿ ਨੁਕਸਾਨ ਜਿਹੜਾ ਤੁਹਾਨੂੰ ਝੱਲਣਾ ਪਿਆ। ਗੱਲ ਫਾਰੂਕੀ ਜੀ ਇਸ ਤਰ੍ਹਾਂ ਵਾ ਕਿ ਸਾਡੇ ਕਿਸੇ ਰਿਸ਼ਤੇਦਾਰ ਨੂੰ ਬੱਚੇ ਦੀ ਲੋੜ ਸੀ, ਖਾਸ ਕਰ ਲੜਕੇ ਦੀ। ਇਨਫੈਕਟ ਕਿ ਉਹਨਾਂ ਦੇ ਘਰ ਬੇਟੀਆਂ ਨੇ, ਇੱਕ ਬੇਟਾ ਵੀ ਹੋਇਆ ਸੀ, ਕੁਦਰਤੀ ਉਹ ਐਕਸਪਾਇਰ ਹੋ ਗਿਆ। ਅਤੇ ਅਸੀਂ ਭਾਵਨਾਵਾਂ 'ਚ ਵਹਿ ਗਏ। ਸਾਨੂੰ ਜਦੋਂ ਸਾਡੇ ਰਿਸ਼ਤੇਦਾਰਾਂ ਨੇ ਰਿਕੁਐਸਟ ਕੀਤੀ ਕਿ ਉਹਨਾਂ ਦੇ ਪਰਿਵਾਰ ਬਾਰੇ ਕੁਝ ਸੋਚਿਆ ਜਾਵੇ, ਤਾਂ ਅਸੀਂ ਜਿਵੇਂ ਕਹਿੰਦੇ ਆ ਕਿ ਕੁਦਰਤ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੇ ਘਰ ਲੜਕਾ ਹੋਵੇ, ਲੜਕੀਆਂ ਹੀ ਪਲਣੀਆਂ ਸੀ, ਲੜਕੀਆਂ ਦਾ ਹੀ ਉਹਨਾਂ ਨੇ ਵੰਸ਼ ਅੱਗੇ ਦੇਣਾ ਸੀ। ਪਰ ਸਾਡੇ ਰਿਸ਼ਤੇਦਾਰਾਂ ਦੀ ਰਿਕੁਐਸਟ 'ਤੇ ਅਸੀਂ ਇਮੋਸ਼ਨਲ ਹੋ ਗਏ, ਜਦੋਂ ਕਿ ਮੈਂ ਜਾਣਦਾ ਸੀ ਕਿ ਸ਼ਾਇਦ ਕਿਤੇ ਗੜਬੜ ਨਾ ਹੋ ਜਾਵੇ। ਮੈਨੂੰ ਇਸ ਗੱਲ ਦੀ ਵੀ ਸਮਝ ਸੀ। ਉਹ ਕਿਉਂ ਜੀ? ਗੜਬੜ ਕਿਸ ਚੀਜ਼ ਦਾ ਡਰ ਸੀ? ਕਿਹੜੀ ਗੜਬੜ ਦਾ ਡਰ ਸੀ ਤੁਹਾਨੂੰ? ਡਰ ਫਾਰੂਕੀ ਜੀ ਇਸ ਤਰ੍ਹਾਂ ਵਾ ਕਿ ਮੇਰੀ ਪਤਨੀ ਨੇ ਮੈਨੂੰ ਰਿਕੁਐਸਟ ਕੀਤੀ ਕਿ ਮੇਰੇ ਬ੍ਰਦਰ ਨੂੰ, ਮੇਰੇ ਮਾਮਾ ਜੀ ਦੇ ਲੜਕੇ ਨੂੰ ਅੱਗੇ ਲੜਕੇ ਦੀ ਜ਼ਰੂਰਤ ਆ ਉਹਨਾਂ ਦੇ ਪਰਿਵਾਰ ਦੇ ਵਿੱਚ। ਅਤੇ ਮੇਰੇ ਕੋਲ ਇੱਕ ਬੇਟਾ ਵੀ ਆ, ਬੇਟੀ ਵੀ ਆ। ਮੇਰਾ ਪਰਿਵਾਰ ਪੂਰਾ ਸੂਰਾ ਸੀਗਾ, ਬਹੁਤ ਖੁਸ਼ ਅਸੀਂ ਆਪਣੀ ਲਾਈਫ ਜੀ ਰਹੇ ਸੀ। ਪਰ ਮੇਰੀ ਵਾਈਫ ਨੂੰ ਜਦੋਂ ਫੋਨ ਆਇਆ ਕਿ ਉਹਨਾਂ ਦੇ ਘਰ ਉਹ ਬੇਟੀਆਂ ਉਸ ਬੱਚੇ ਨੂੰ ਯਾਦ ਕਰ ਰਹੀਆਂ ਨੇ, ਬੱਚੀਆਂ ਯਾਦ ਕਰ ਰਹੀਆਂ ਨੇ, ਉਹ ਅੱਗੇ ਹੋਰ ਚਾਂਸ ਨਹੀਂ ਲੈ ਸਕਦੇ ਕਿਉਂਕਿ ਸਾਰੇ ਸਿਜ਼ੇਰੀਅਨ ਹੋਏ ਨੇ ਪਹਿਲਾਂ, ਤਾਂ ਤੁਸੀਂ ਕੁਛ ਹੈਲਪ ਕਰੋ। ਮੇਰੀ ਵਾਈਫ ਨੇ ਮੈਨੂੰ ਰਿਕੁਐਸਟ ਕੀਤੀ ਕਿ ਆਪਾਂ ਇੱਕ ਬੱਚਾ ਹੋਰ ਪਲਾਨ ਕਰ ਲੈਂਦੇ ਹਾਂ। ਅਗਰ ਬੇਟੀ ਹੋ ਗਈ ਤਾਂ ਆਪਾਂ ਪਰਵਰਿਸ਼ ਕਰਾਂਗੇ, ਕੋਈ ਪ੍ਰੋਬਲਮ ਨਹੀਂ। ਅਗਰ ਬੇਟਾ ਹੋ ਗਿਆ ਤਾਂ ਆਪਾਂ ਮੇਰੇ ਬ੍ਰਦਰ ਨੂੰ ਦੇ ਦਾਂਗੇ। ਉਸ ਸਮੇਂ ਮੈਨੂੰ ਡਰ ਸੀ ਕਿਉਂਕਿ ਮੈਂ ਇੰਨਾ ਸਿਆਣਾ ਤਾਂ ਹੈ ਨਹੀਂ, ਪਰ ਮੇਰੇ ਸਾਹਮਣੇ ਇੱਕ ਘਟਨਾ ਪਹਿਲਾਂ ਘਟੀ ਹੋਈ ਸੀ। ਸਾਡੇ ਪੜੋਸੀਆਂ ਨੇ ਵੀ ਇੱਦਾਂ ਕੀਤਾ ਸੀ, ਉਹਨਾਂ ਦੇ ਘਰ ਵੀ ਬੇਟੀਆਂ ਸੀ। ਉਹਨਾਂ ਨੇ ਕਿਸੇ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਤੁਸੀਂ ਬੱਚਾ ਦਿਓ, ਬੱਚਾ ਪਲਾਨ ਕਰੋ, ਅਗਰ ਬੇਟਾ ਹੋ ਗਿਆ ਤਾਂ ਅਸੀਂ ਰੱਖ ਲਾਂਗੇ, ਬੇਟੀ ਹੋ ਗਈ ਤਾਂ ਤੁਸੀਂ ਰੱਖ ਲਿਓ। ਪਰ ਉਹ ਐਬਨੋਰਮਲ ਕੇਸ ਸੀ, ਟੋਟਲੀ ਫਿਜ਼ੀਕਲੀ ਡੈਮੇਜ ਬੱਚਾ ਸੀ। ਜਦੋਂ ਬੱਚੇ ਨੇ ਜਨਮ ਲੈ ਲਿਆ ਤਾਂ ਕਹਾਣੀ ਇਹ ਬਣ ਗਈ ਕਿ ਦੋਹਾਂ ਪਰਿਵਾਰਾਂ ਦੇ ਵਿੱਚੋਂ ਕੋਈ ਵੀ ਸੰਭਾਲਣ ਨੂੰ ਤਿਆਰ ਨਹੀਂ ਸੀ। ਇਹ ਮੇਰਾ ਪ੍ਰੈਕਟੀਕਲ ਦੇਖਿਆ ਹੋਇਆ ਸੀ। ਔਰ ਦੋਨੋਂ ਪਰਿਵਾਰਾਂ ਦੇ ਵਿੱਚ ਝਗੜਾ ਸੀ ਉਸ ਬੱਚੇ ਨੂੰ ਲੈ ਕੇ, ਕਿਉਂਕਿ ਬੱਚਾ ਜਿਉਂਦਾ ਜਾਗਦਾ ਸੀ। ਜਿਸ ਮਾਂ ਨੇ ਜਨਮ ਦਿੱਤਾ ਉਹ ਵੀ ਸਾਂਭਣ ਨੂੰ ਤਿਆਰ ਨਹੀਂ ਸੀ, ਔਰ ਜਿਨ੍ਹਾਂ ਨੇ ਗੋਦ ਲੈਣਾ ਸੀ ਉਹ ਵੀ ਸੰਭਾਲਣ ਨੂੰ ਤਿਆਰ ਨਹੀਂ ਸੀ। ਇਹ ਝਗੜਾ ਅਸੀਂ ਹਰ ਰੋਜ਼ ਉੱਥੇ ਦੇਖਦੇ ਸੀ ਵੀ ਇੱਕ ਨਵਜਨਮਿਆ ਬੱਚਾ ਅਤੇ ਉਹ ਕਿਸ ਤਰ੍ਹਾਂ ਰੁਲ ਰਿਹਾ। ਮਤਲਬ ਮੇਰਾ ਦੇਖਿਆ ਹੋਇਆ ਸੀ ਇਹ ਪ੍ਰੈਕਟੀਕਲ। ਅਤੇ ਮੈਂ ਆਪਣੀ ਵਾਈਫ ਨੂੰ ਕਿਹਾ ਕਿ ਦੇਖੋ ਗੱਲ ਬੇਟੇ ਜਾਂ ਬੇਟੀ ਦੀ ਨਹੀਂ ਹੈ, ਬੇਟੀ ਹੋ ਗਈ ਆਪਾਂ ਪਾਲ ਲਾਂਗੇ, ਕੋਈ ਪ੍ਰੋਬਲਮ ਨਹੀਂ, ਬੇਟਾ ਹੋ ਗਿਆ ਆਪਾਂ ਉਹਨਾਂ ਨੂੰ ਦੇ ਦਾਂਗੇ, ਕੋਈ ਪ੍ਰੋਬਲਮ ਨਹੀਂ। ਪਰ ਅਗਰ ਕੋਈ ਤੀਸਰੀ ਆਪਸ਼ਨ ਐਬਨੋਰਮਲ ਕੇਸ ਵਾਲੀ ਅਗਰ ਹੋ ਗਈ ਫਿਰ ਆਪਾਂ ਕੀ ਕਰਾਂਗੇ। ਪਰ ਭਾਵਨਾਵਾਂ ਦੇ ਵਿੱਚ ਅਸੀਂ ਇੰਨਾ ਜ਼ਿਆਦਾ ਬਹਿ ਗਏ। ਮੇਰੀ ਵਾਈਫ ਨੇ ਕਿਹਾ ਕਿ ਮੇਰੀ ਮੰਮੀ ਨੇ ਮੈਨੂੰ ਪਹਿਲੀ ਵਾਰੀ ਰਿਕੁਐਸਟ ਕੀਤੀ ਹੈ, ਮੰਮੀ ਦਾ ਭਰਾ ਅੱਗੇ ਜਾਣੀ ਕਿ ਵਾਈਫ ਦਾ ਮਾਮਾ ਬਹੁਤ ਨੇਕ ਇਨਸਾਨ ਨੇ, ਬੱਚੀਆਂ ਨੇ ਅੱਗੇ, ਉਹ ਬੱਚੀਆਂ ਉਸ ਬੱਚੇ ਨੂੰ ਯਾਦ ਕਰ ਰਹੀਆਂ ਨੇ, ਰੱਖੜੀ ਦਾ ਤਿਉਹਾਰ ਆ ਜਾਂਦਾ। ਇਸ ਤਰ੍ਹਾਂ ਦੀਆਂ ਗੱਲਾਂ ਨੇ ਮੈਨੂੰ ਵੀ ਇਮੋਸ਼ਨਲ ਕੀਤਾ। ਅਤੇ ਅਸੀਂ ਚਲੋ ਨਾ ਚਾਹੁੰਦੇ, ਮੈਂ ਤਾਂ ਨਾ ਹੀ ਚਾਹ ਰਿਹਾ ਸੀਗਾ ਕਿਉਂਕਿ ਮੈਨੂੰ ਪਤਾ ਸੀ, ਮੈਂ ਸਿਨੈਰੀਓ ਸਾਰਾ ਦੇਖਿਆ ਹੋਇਆ ਸੀ। ਵਾਈਫ ਨੂੰ ਸਮਝਾਇਆ ਵੀ, ਪਰ ਕਿਤੇ ਨਾ ਕਿਤੇ ਆਪਸੀ ਪ੍ਰੇਮ, ਪਰਿਵਾਰ ਜਾਂ ਰਿਸ਼ਤੇਦਾਰੀ, ਸਾਡੇ ਦੋਨੋਂ ਬੱਚੇ ਨੋਰਮਲ ਨੇ। ਇਹਨਾਂ ਨੇ ਮੈਨੂੰ ਕਨਵਿੰਸ ਕੀਤਾ, ਮੇਰੀ ਵਾਈਫ ਨੇ, ਕਿ ਆਪਣੇ ਦੋਨੋਂ ਬੱਚੇ ਨੋਰਮਲ ਨੇ, ਨੋਰਮਲ ਡਿਲੀਵਰੀਆਂ ਨੇ, ਆਪਣੇ ਨਾਲ ਇੱਦਾਂ ਨਹੀਂ ਹੋਊਗਾ, ਤੁਸੀਂ ਟੈਨਸ਼ਨ ਨਾ ਲਓ। ਚਲੋ ਅਸੀਂ ਅੱਗੇ ਬੱਚਾ ਪਲਾਨ ਕੀਤਾ। ਫਿਰ ਕੁਦਰਤ ਨੇ ਸਾਨੂੰ ਆਪਣਾ ਰੰਗ ਦਿਖਾਉਣਾ ਸਟਾਰਟ ਕੀਤਾ। ਕੁਦਰਤ ਬਿਲਕੁਲ ਸਪਸ਼ਟ ਤੌਰ 'ਤੇ ਸਾਡੇ ਸਾਹਮਣੇ ਆ ਗਈ। ਲਗਭਗ 3.5 ਮਹੀਨੇ ਬਾਅਦ ਜਦੋਂ ਪਹਿਲੀ ਸਕੈਨ ਹੋਈ ਪ੍ਰੈਗਨੈਂਸੀ ਦੇ ਦੌਰਾਨ, ਉਸ ਸਮੇਂ ਮੈਂ ਮੈਡੀਕਲ ਲਾਈਨ ਤੋਂ ਬਹੁਤਾ ਜ਼ਿਆਦਾ ਜਾਣਕਾਰ ਨਹੀਂ ਸੀ। ਟੈਕਨੀਕਲ ਟਰਮ ਯੂਜ਼ ਹੋਈ ਮੇਰੇ ਸਾਹਮਣੇ ਕਿ ਏਅਰ ਬਬਲ ਨਜ਼ਰ ਨਹੀਂ ਆ ਰਿਹਾ। ਜਿਸ ਡਾਕਟਰ ਨੇ ਸਕੈਨ ਕੀਤੀ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਏਅਰ ਬਬਲ ਨਜ਼ਰ ਨਹੀਂ ਆ ਰਿਹਾ, ਤੁਸੀਂ ਇਹ ਸਕੈਨ ਲੈ ਜਾਓ, ਜੋ ਵੀ ਤੁਹਾਡੇ ਜਿੱਥੋਂ ਟਰੀਟਮੈਂਟ ਚੱਲਦਾ ਉਹਨਾਂ ਡਾਕਟਰਸ ਨੂੰ ਦਿਖਾਓ। ਅਤੇ ਮੈਂ ਜਿੱਥੋਂ ਰੈਗੂਲਰ ਟਰੀਟਮੈਂਟ ਸਾਡੀ ਵਾਈਫ ਦਾ ਚੱਲ ਰਿਹਾ ਸੀ, ਮੇਰੀ ਵਾਈਫ ਦਾ, ਉੱਥੋਂ ਗਿਆ। ਉਹਨਾਂ ਨੇ ਦੇਖਿਆ, ਕੋਈ ਗੱਲ ਨਹੀਂ ਜੀ, ਆਪਾਂ ਦੇਖਦੇ ਹਾਂ। ਉਹਨਾਂ ਨੇ ਮੈਡੀਸਨ ਕੋਈ ਸਟਾਰਟ ਕਰਤੀ, ਨਹੀਂ ਮੈਂ ਜਾਣਦਾ ਉਸ ਮੈਡੀਸਨ ਬਾਰੇ ਵੀ ਕੀ ਚੀਜ਼ ਸੀ ਉਹ। ਪਰ ਪਹਿਲੀ ਸਕੈਨ ਦੇ ਵਿੱਚ ਇਹ ਕਲੀਅਰ ਸੀ ਕਿ ਏਅਰ ਬਬਲ ਨਜ਼ਰ ਨਹੀਂ ਸੀ ਆਇਆ। ਮੈਂ ਇਹ ਗੱਲ ਸਪਸ਼ਟ ਕਹਿ ਸਕਦਾ ਕਿ ਉਸ ਡਾਕਟਰ ਦੀ ਗਲਤੀ ਸੀ
ਉਸ ਸਮੇਂ ਮਾਮਲਾ ਸੰਭਾਲਿਆ ਜਾ ਸਕਦਾ ਸੀ। ਚਲੋ ਅਸੀਂ ਮੈਡੀਸਨ ਲੈਤੀ, ਕੇਸ ਅੱਗੇ ਕੈਰੀ ਫਾਰਵਰਡ ਹੋਇਆ। 7th ਮੰਥ ਫਿਰ ਸਕੈਨ ਹੋਈ। ਉਹ ਸਕੈਨ ਕਿਸੇ ਹੋਰ ਸੈਂਟਰ ਦੇ ਵਿੱਚ ਹੋਈ ਤਾਂ ਉਹਨਾਂ ਨੇ ਮੈਨੂੰ ਦੁਬਾਰਾ ਗਾਈਡ ਕੀਤਾ ਕਿ ਤੁਸੀਂ ਕਿਸੇ ਅੱਛੇ ਡਾਕਟਰ ਨੂੰ ਦਿਖਾਓ, ਪ੍ਰੋਬਲਮ ਨਜ਼ਰ ਆ ਰਹੀ ਹੈ। ਜੀ, ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ, ਪਰ ਤੁਹਾਡੇ ਨਾਲ ਅਸੀਂ ਹੁਣ ਮੁਲਾਕਾਤ ਕਰਵਾਉਂਦੇ ਹਾਂ ਆਨੰਦ ਜੀ ਦੇ ਪਤਨੀ ਦੀ, ਘਰਵਾਲੀ ਦੀ, ਪੂਜਾ ਹੋਰਾਂ ਦੀ। ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਉਹਨਾਂ ਦਾ ਇਹ ਵਾਲਾ ਤਜਰਬਾ ਹੈ, ਜਿਸ ਤਰੀਕੇ ਨਾਲ ਆਨੰਦ ਜੀ ਉਹਨਾਂ ਦੇ ਘਰਵਾਲੇ ਦੱਸ ਰਹੇ ਨੇ, ਉਹਨਾਂ ਦਾ ਕਿਹੋ ਜਿਹਾ ਤਜਰਬਾ ਹੈ। ਤੁਹਾਡੇ ਪਹਿਲਾਂ 2 ਨਾਰਮਲ ਜਿਹੜੀਆਂ ਡਿਲੀਵਰੀਜ਼, ਜਿਵੇਂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ, ਉਹ ਹੋਈਆਂ, ਅਤੇ ਜਦੋਂ ਇਸ ਬੱਚੇ ਦਾ ਦੁਨੀਆ ਦੇ ਵਿੱਚ ਆਗਮਨ ਸ਼ੁਰੂ ਹੋਇਆ ਤਾਂ ਤੁਹਾਨੂੰ ਵੀ ਅਹਿਸਾਸ ਹੋਇਆ ਸੀ ਕਿ ਸਮਥਿੰਗਸ ਗੋਇੰਗ ਰੋਂਗ, ਕੁਝ ਗਲਤ ਹੋਣ ਵਾਲਾ ਹੈ, ਇਸ ਤਰ੍ਹਾਂ ਦਾ ਕੁਝ ਅਹਿਸਾਸ ਤੁਹਾਨੂੰ ਹੋਇਆ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕੁਦਰਤ ਦੇ ਖੇਡ ਦੇ ਵਿੱਚ ਆਪਣੀ ਦਖਲਅੰਦਾਜ਼ੀ ਕੀਤੀ ਹੈ। ਹਾਂਜੀ, ਮੈਨੂੰ 2nd ਮੰਥ ਤੋਂ ਹੀ ਪ੍ਰੋਬਲਮ ਸ਼ੁਰੂ ਹੋ ਗਈ ਸੀ, ਲੇਕਿਨ ਮੈਨੂੰ ਡਾਊਟ ਸੀ ਜਦੋਂ ਸਕੈਨ ਹੋਈ ਮੇਰੀ 3.5 ਮੰਥ 'ਤੇ, ਤਾਂ ਡਾਊਟ ਸੀ ਕਿਉਂਕਿ ਡਾਕਟਰਾਂ ਨੇ ਕਲੀਅਰ ਨਹੀਂ ਸੀ ਦੱਸਿਆ ਮੈਨੂੰ ਵੀ ਮੈਨੂੰ ਕੀ ਪ੍ਰੋਬਲਮ ਹੈ, ਬੱਚੇ ਨੂੰ ਪ੍ਰੋਬਲਮ ਹੈ ਜਾਂ ਮੈਨੂੰ ਡਾਊਟ ਸੀ ਵੀ ਅਗਰ ਮੈਂ ਅਬੋਰਸ਼ਨ ਕਰਵਾਉਂਦੀ ਹਾਂ ਤਾਂ ਵੀ ਪ੍ਰੋਬਲਮ ਆ, ਕਿਉਂਕਿ ਪਤਾ ਹੀ ਨਹੀਂ ਸੀ ਕਲੀਅਰ ਕਿ ਬੱਚੇ ਨੂੰ ਪ੍ਰੋਬਲਮ ਹੈ ਜਾਂ ਮੈਨੂੰ ਪ੍ਰੋਬਲਮ ਆ। ਤਾਂ ਮੈਂ ਦੁਵਿਧਾ ਦੇ ਵਿੱਚ ਸੀ ਵੀ ਮੈਂ ਕੀ ਕਰਾਂ। ਫਿਰ ਮੈਂ ਇਹ ਸੋਚਿਆ ਕਿ ਮੈਂ 9th ਮੰਥ ਤੱਕ ਲੈ ਕੇ ਜਾਵਾਂ, ਵੀ ਫਿਰ ਹੀ ਪਤਾ ਚੱਲੇ। ਕਿਹੋ ਜਿਹੀਆਂ ਪ੍ਰੋਬਲਮਸ ਆਈਆਂ? ਮੇਰੇ ਪੇਟ ਦੇ ਵਿੱਚ ਪੇਨ ਰਹਿੰਦੀ ਸੀ ਔਰ ਪੇਟ ਹੈਵੀ ਰਹਿੰਦਾ ਸੀ ਕਿ ਵੀ ਮਤਲਬ ਕੁਝ ਵੀ ਹਜਮ ਨਹੀਂ ਸੀ ਹੁੰਦਾ ਖਾਧਾ ਪੀਤਾ। ਉਹ ਮਤਲਬ ਮੈਨੂੰ ਹੀ ਲੱਗ ਰਿਹਾ ਸੀ, ਬੱਚੇ ਨੂੰ ਨਹੀਂ ਸੀ ਲੱਗ ਰਿਹਾ, ਕਿਉਂਕਿ ਬੱਚੇ 'ਚ ਪ੍ਰੋਬਲਮ ਸੀ, ਇਸ ਕਰਕੇ ਉਸ ਨੂੰ ਖਾਧਾ ਪੀਤਾ ਲੱਗ ਹੀ ਨਹੀਂ ਸੀ ਰਿਹਾ। ਉਹ ਮੇਰੇ ਅੰਦਰ ਹੀ ਘੁੰਮਦਾ ਸੀ, ਤਾਂ ਮੇਰਾ ਪੇਟ ਮਤਲਬ ਇਸ ਤਰ੍ਹਾਂ ਲੱਗਦਾ ਸੀ ਕਿ ਵੀ ਪੂਰਾ ਟਾਈਮ ਹੀ ਹੈ, ਜਿਸ ਤਰ੍ਹਾਂ ਕਿ 2nd ਮੰਥ ਦੇ ਵਿੱਚ ਇਸ ਤਰ੍ਹਾਂ ਲੱਗਦਾ। ਬਹੁਤ ਵੱਡਾ ਤੁਸੀਂ ਨੇਕ ਨੀਅਤੀ ਨਾਲ ਸੋਚ ਕੇ ਤੁਸੀਂ ਇਹ ਕੰਮ ਕੀਤਾ, ਹੈ ਨਾ? ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਪਲਾਨ ਕਰਨ ਦੀ ਗੱਲ ਕਰ ਰਹੇ ਹੋ, ਜੇ ਪਰਮਾਤਮਾ ਨੇ ਉਹਨਾਂ ਨੂੰ ਔਲਾਦ ਦੇਣੀ ਹੁੰਦੀ, ਬੱਚਾ ਦੇਣਾ ਹੁੰਦਾ, ਇਹ ਮੇਰੇ ਨਿੱਜੀ ਵਿਚਾਰ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਕਿਉਂਕਿ ਤੁਸੀਂ ਆਪਣੀ ਬਹੁਤ ਵੱਡਾ ਹੌਸਲਾ ਕਰਕੇ ਕੈਮਰੇ ਮੂਹਰੇ ਆਏ ਹੋ, ਅਤੇ ਪਰਮਾਤਮਾ ਉਹਨਾਂ ਨੂੰ ਵੀ ਦੇ ਸਕਦਾ ਸੀ। ਤੁਹਾਡੇ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ? ਪਹਿਲਾਂ ਇਹ ਗੱਲ ਨਹੀਂ ਆਈ ਤੁਹਾਡੇ ਦਿਮਾਗ ਦੇ ਵਿੱਚ? ਉਹਨਾਂ ਦੀ ਬੇਟੀਆਂ ਨੂੰ ਦੇਖ ਕੇ, ਮਤਲਬ ਕਿ ਉਹਨਾਂ ਜੋ ਮਤਲਬ ਕਹਿੰਦੀਆਂ ਸੀ ਕਿ ਸਾਨੂੰ ਭਰਾ ਚਾਹੀਦਾ, ਉਹਨਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਆਇਆ ਕਿ ਵੀ ਬੱਚੀਆਂ ਵੀ ਚਾਹੁੰਦੀਆਂ ਨੇ ਬ੍ਰਦਰ, ਵੀ ਚਲੋ ਮੈਂ ਕਰਕੇ ਦੇਖ ਲੈਂਦੀ ਇਹ ਕੰਮ। ਉਹਨਾਂ ਨੇ ਮੈਨੂੰ ਕਿਹਾ ਕਿ ਵੀ ਚਲੋ ਤੁਸੀਂ ਦੇਖ ਲਓ ਚਾਂਸ ਲੈ ਕੇ, ਵੀ ਸਾਡੇ ਬਾਰੇ ਸੋਚੋ ਕੁਛ, ਇਸ ਕਰਕੇ ਮੈਂ ਚਾਂਸ ਲਿਆ ਸੀ। ਨਹੀਂ, ਫਿਰ ਤੁਹਾਡੇ ਕੋਲ ਬੱਚਾ ਸੀ, ਤੁਸੀਂ ਆਪਣਾ ਬੱਚਾ ਦੇਖ ਕੇ ਫਿਰ ਪਲਾਨ ਕਰ ਸਕਦੇ ਸੀ, ਜਿਹੜਾ ਤੁਹਾਡੇ ਕੋਲ ਆਲਰੇਡੀ ਬੱਚਾ ਵੀ ਸੀ ਤੁਹਾਡੇ ਕੋਲ। ਜੀ, ਉਹ ਨਹੀਂ ਕਦੇ ਮਨ ਦੇ ਵਿੱਚ ਆਇਆ? ਨਹੀਂ, ਜੋ ਬੱਚੇ ਮੇਰੇ ਕੋਲ ਇਹ ਸੀਗੇ ਵੀ ਜੀ, ਇਹ ਦੋਨੋਂ ਬੱਚੇ ਮੇਰੇ ਵੱਡੇ ਸੀਗੇ, ਬੇਟਾ ਵੀ ਔਰ ਬੇਟੀ ਵੀ। ਨਹੀਂ, ਤੁਸੀਂ ਹੈਲਪ ਕਰਨ ਦੀ ਗੱਲ ਕਰ ਰਹੇ ਹੋ ਕਿ ਹੈਲਪ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਸੀ। ਨਹੀਂ, ਮੇਰਾ ਪਰਿਵਾਰ ਪੂਰਾ ਸੀਗਾ, ਮੈਂ ਇਹ ਬੱਚੇ ਨਹੀਂ ਦੇ ਸਕਦੀ ਸੀ। ਮੈਂ ਕਿਹਾ ਅਗਲਾ ਮੇਰੇ ਨਾਰਮਲ ਨੇ ਬੱਚੇ, ਮੈਂ ਕਿਹਾ ਚਲੋ ਇੱਕ ਚਾਂਸ ਲੈ ਕੇ ਦੇਖ ਲੈਂਦੇ ਹਾਂ। ਮੈਨੂੰ ਪਤਾ ਨਹੀਂ ਸੀ ਕਿ ਮੇਰਾ ਸਿਜੇਰੀਅਨ ਹੋਏਗਾ, ਉਹੀ ਕੁਦਰਤ। ਅੱਛਾ, ਫਿਰ ਤੁਹਾਡਾ ਨਾਰਮਲ 2 ਬੱਚੇ ਤੁਹਾਡੇ ਜਿਹੜੇ ਉਹ ਨਾਰਮਲ ਹੋਏ ਤੇ ਇਹ ਸਜੇਰੀਅਨ ਹੋਇਆ, ਮਤਲਬ ਵੱਡਾ ਆਪਰੇਸ਼ਨ ਤੁਹਾਨੂੰ ਡਿਲੀਵਰੀ ਵੇਲੇ ਕਰਵਾਉਣਾ ਪਿਆ? ਹਾਂਜੀ ਹਾਂ, ਇਹ ਸਿਜੇਰੀਅਨ ਨਾਲ ਹੋਇਆ ਸੀ ਇਹ ਬੇਟਾ ਮੇਰਾ। ਅੱਛਾ, ਹਾਂਜੀ ਜੀ ਜੀ। ਸੋ ਇਸ ਤੋਂ ਬਾਅਦ ਦੀ ਕਹਾਣੀ ਹੈ ਜਿਹੜੀ ਅਸੀਂ ਆਨੰਦ ਹੋਣਾ ਕੋਲੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਰਜਰੀਅਨ ਹੋਇਆ, ਉਸ ਵੇਲੇ ਵੀ ਝਟਕਾ ਲੱਗਿਆ? ਦੇਖੋ, ਝਟਕੇ ਤਾਂ ਮੈਨੂੰ ਲੱਗ ਰਹੇ ਸੀ। ਮੈਂ ਡਾਕਟਰਾਂ ਤੋਂ 7ਵੇਂ ਮਹੀਨੇ ਮੈਂ ਸਮਝ ਗਿਆ ਸੀ ਕਿ ਬਹੁਤ ਵੱਡੀ ਪ੍ਰੋਬਲਮ ਵੱਲ ਜਾ ਰਹੇ ਹਾਂ ਅਸੀਂ। ਉਸ ਸਮੇਂ ਮੈਂ ਡਿਸੀਜ਼ਨ ਨਹੀਂ ਲੈ ਸਕਦਾ ਸੀਗਾ ਕੋਈ ਵੀ। ਇੱਕ ਦਿਨ ਲਗਭਗ ਕਈ ਮਹੀਨੇ ਜਾਂ ਸਾਲਾਂ ਵਰਗਾ ਕਹਿ ਲਓ, ਜਦੋਂ ਮੈਂ ਕਿਸੇ ਡਾਕਟਰ ਕੋਲੇ ਜਾਂਦਾ ਸੀ ਤਾਂ ਮੇਰਾ ਉੱਥੇ ਰੋਣ ਨਿਕਲਦਾ ਸੀ, ਜਦੋਂ ਮੈਨੂੰ ਡਾਕਟਰ ਦੱਸਦੇ ਸੀ ਕਿ ਮੈਨੂੰ ਸਭ ਤੋਂ ਪਹਿਲਾਂ ਡਾਕਟਰ ਚੱਕਰਵਰਤੀ ਨੇ ਜਗਰਾਓਂ, ਜਿਨ੍ਹਾਂ ਨੇ ਮੈਨੂੰ ਦੱਸਤਾ ਸੀ ਕਿ ਬੱਚੇ ਦੇ ਫੂਡ ਵਾਲੀ ਪਾਈਪ ਨਹੀਂ ਹੈਗੀ, ਸ਼ੱਕ ਹੈ, ਔਰ 99% ਸ਼ੱਕ ਹੈ। ਹੁਣ ਨਾ ਤਾਂ ਮੈਂ ਵਾਈਫ ਨੂੰ ਦੱਸ ਸਕਦਾ ਸੀ, ਨਾ ਮੈਂ ਕਿਸੇ ਰਿਸ਼ਤੇਦਾਰ ਨੂੰ ਦੱਸ ਸਕਦਾ ਸੀ। ਮਤਲਬ ਸਥਿਤੀ ਵੇਟ ਐਂਡ ਵਾਚ ਵਾਲੀ ਹੀ ਬਣ ਗਈ। ਅਤੇ ਮੈਂ ਉਹਨੂੰ ਪੁੱਛਿਆ ਵੀ ਕੀ ਇਸ ਚੀਜ਼ ਦਾ ਸਭ ਤੋਂ ਪਹਿਲਾਂ ਦਿਮਾਗ 'ਚ ਕੀ ਆਇਆ ਜਦੋਂ ਤੁਹਾਨੂੰ ਡਾਕਟਰ ਹੋਰਾਂ ਨੇ ਦੱਸਿਆ ਕਿ ਫੂਡ ਵਾਲੀ ਪਾਈਪ ਨਹੀਂ ਹੈ ਬੱਚੇ ਦੀ ਜਿਹੜੀ ਗਰੋਥ ਹੈ ਉਹ ਪ੍ਰੋਪਰ ਨਹੀਂ ਹੋ ਰਹੀ? ਉਸ ਵੇਲੇ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਕੀ ਖੜਕਾ ਹੋਇਆ? ਇਮਾਨਦਾਰੀ ਨਾਲ ਦੱਸਾਂ ਤਾਂ ਸੋਹੀ ਸੀਨ ਜੋ ਮੈਂ ਸਾਡੇ ਪੜੋਸੀਆਂ ਦਾ ਦੇਖਦਾ ਹੁੰਦਾ ਸੀ। ਸਭ ਤੋਂ ਪਹਿਲਾਂ ਤਾਂ ਮੇਰੇ ਦਿਮਾਗ 'ਚ ਉਹ ਚੱਲਿਆ
ਕਿ ਜਦੋਂ ਇਸ ਬੱਚੇ ਦੀ ਡਿਲੀਵਰੀ ਹੋਊਗੀ ਇਹ ਬੱਚਾ ਕੀ ਉਹ ਲੋਕ ਸਾਂਭਣਗੇ ਜਿਨ੍ਹਾਂ ਲਈ ਅਸੀਂ ਪੈਦਾ ਕੀਤਾ, ਕੀ ਇਸ ਬੱਚੇ ਨੂੰ ਅਸੀਂ ਸੰਭਾਲ ਪਾਵਾਂਗੇ ਜੇ ਉਹ ਮਨਾ ਕਰ ਗਏ, ਕੀ ਅਸੀਂ ਇਸ ਬੱਚੇ 'ਤੇ ਜੋ ਇਲਾਜ 'ਤੇ ਖਰਚਾ ਆਉਣਾ ਉਹ ਅਸੀਂ ਕਰ ਪਾਵਾਂਗੇ। ਇਹ ਸਾਰੀਆਂ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਪੂਰੀ ਤਰ੍ਹਾਂ ਮੈਨੂੰ ਨਿਚੋੜ ਰਹੀਆਂ ਸੀਗੀਆਂ। ਪਰ ਸਵਾਲ ਸੀਗਾ ਮੇਰੀ ਵਾਈਫ ਦੀ ਜ਼ਿੰਦਗੀ ਦਾ। ਅਗਰ ਮੈਂ ਉਸ ਸਮੇਂ ਗੱਲ ਇਹ ਕਰਦਾ ਤਾਂ ਬਹੁਤ ਵੱਡੇ ਰਿਸਕ 'ਚ ਸੀ। ਮੈਂ ਜਿਵੇਂ ਤਿਵੇਂ ਕਰਦਾ ਇਹਦਾ ਟ੍ਰੀਟਮੈਂਟ ਕਰਵਾਉਂਦਾ ਰਿਹਾ। 9th ਮੰਥ ਤੱਕ ਅਸੀਂ ਮਾਮਲੇ ਨੂੰ ਲੈ ਗਏ। ਐਂਡ ਨਿਚੋੜ ਇਹਦੀ ਪ੍ਰੋਬਲਮਾਂ ਵੱਧਦੀਆਂ ਗਈਆਂ, ਸਾਨੂੰ ਇਹਦਾ ਸਿਜ਼ੇਰੀਅਨ ਕਰਵਾਉਣਾ ਪਿਆ। ਡਾਕਟਰ ਨੇ ਉਸ ਸਮੇਂ ਆਪਰੇਸ਼ਨ ਤੋਂ ਪਹਿਲਾਂ ਹੀ ਜੱਜਮੈਂਟ ਲਗਾ ਲਈ ਸੀ ਕਿ ਬੱਚਾ ਸਹੀ ਨਹੀਂ ਹੈਗਾ। ਮੈਨੂੰ ਵੀ ਪਤਾ ਸੀ ਕਿ ਬੱਚਾ ਸਹੀ ਨਹੀਂ। ਮੈਂ ਹੋਰ ਹੌਸਪੀਟਲਾਂ 'ਚ ਪਤਾ ਕਰਦਾ ਫਿਰ ਰਿਹਾ ਸੀ ਕਿ ਇਹ ਬੱਚਾ ਫੂਡ ਪਾਈਪ ਇਹਨੂੰ ਪ੍ਰੋਪਰ ਨਹੀਂ ਹੈਗੀ ਅਤੇ ਕਿੱਥੇ ਇਹਦਾ ਇਲਾਜ ਹੋ ਸਕਦਾ। ਮੈਨੂੰ ਡਿਲੀਵਰੀ ਵਾਲੇ ਦਿਨ ਪਤਾ ਲੱਗ ਗਿਆ ਸੀ ਕਿ ਇਹਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਨੇਗੀਆਂ ਬੱਚੇ ਨੂੰ। ਉਹ ਤਾਂ ਸਪਸ਼ਟ ਸੀਗਾ ਹੀ, ਪਹਿਲਾਂ ਵੀ ਸੀਗਾ। ਚਲੋ ਵਾਈਫ ਨੂੰ ਡਿਲੀਵਰੀ ਤੋਂ ਬਾਅਦ ਪਤਾ ਲੱਗਿਆ ਕਿ ਇਸ ਤਰ੍ਹਾਂ ਦਿੱਕਤਾਂ ਨੇ। ਇਹਦਾ ਸਿਜ਼ੇਰੀਅਨ ਹੋ ਗਿਆ। ਜਗਰਾਉਂ ਸੀਗੇ ਅਸੀਂ ਹੌਸਪੀਟਲ ਦੇ ਵਿੱਚ। ਬੱਚਾ ਮੈਂ ਕੈਰੀ ਕੀਤਾ ਲੁਧਿਆਣੇ ਨਾਮੀ ਹੌਸਪੀਟਲ 'ਚ ਲੈ ਗਿਆ। ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਮੈਂ ਸਿਰਫ ਉੱਥੇ ਇਹੀ ਪੁੱਛਿਆ ਸੀ ਕਿ ਇਸ ਟ੍ਰੀਟਮੈਂਟ ਦੇ ਲਈ ਸਭ ਤੋਂ ਵਧੀਆ ਹੌਸਪੀਟਲ ਕਿਹੜਾ ਵਾ ਆਪਣੇ ਇਲਾਕੇ 'ਚ। ਤਾਂ ਮੈਂ ਉੱਥੇ ਪਹੁੰਚਿਆ। ਮੈਨੂੰ ਉਹਨਾਂ ਨੇ ਦੱਸਿਆ ਕਿ ਇਸ ਬੱਚੇ ਦਾ ਟ੍ਰੀਟਮੈਂਟ ਪੋਸੀਬਲ ਹੈ, ਸਮਾਂ ਲੱਗੇਗਾ, ਤੁਹਾਨੂੰ ਬਹੁਤ ਕੇਅਰ ਕਰਨੀ ਪਊਗੀ। ਪਰ ਅਸੀਂ ਵੀ ਕੋਸ਼ਿਸ਼ ਕੀਤੀ ਜੀ ਤੋੜ ਕਿ ਕੋਈ ਗੱਲ ਨਹੀਂ, ਜੋ ਹੈ ਕੁਦਰਤ ਨੇ ਜੋ ਸਿਸਟਮ ਵਿੱਢ ਲਿਆ। ਜੀ ਜੀ ਜੀ। ਤੇ ਜਦੋਂ ਉਹ ਤੁਸੀਂ ਉਹ ਬੱਚੇ ਦੇ ਫੂਡ ਪਾਈਪ ਨਹੀਂ ਸੀ ਜਿਵੇਂ ਤੁਸੀਂ ਦੱਸਿਆ ਹੈ ਡਿਲੀਵਰੀ ਵੇਲੇ, ਫਿਰ ਉਹਨੂੰ ਫੀਡ ਵਗੈਰਾ ਕਿਵੇਂ ਕਰਦੇ ਸੀ? ਹਾਂ, ਸਟਾਰਟਿੰਗ ਉੱਥੋਂ ਹੀ ਹੋਈ। ਫੀਡ ਜਦੋਂ ਦੁੱਧ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਉਹ ਦੁੱਧ ਗਲੇ 'ਚ ਹੀ ਰੁਕ ਜਾਂਦਾ ਸੀ। ਫੂਡ ਵਾਲੀ ਪਾਈਪ ਹੈ ਨਹੀਂ ਸੀ, ਵਾਪਸ ਉਲਟੀ ਕਰਦਾ ਸੀ। ਅਤੇ ਨਵਜਨਮਿਆ ਬੱਚਾ ਪਹਿਲਾ ਦਿਨ ਅਸੀਂ ਕੈਰੀ ਕੀਤਾ ਵੱਡੇ ਹੌਸਪੀਟਲ 'ਚ। ਉੱਥੇ ਉਹਨਾਂ ਨੇ ਪੇਟ ਦੇ ਵਿੱਚ ਸੁਰਾਖ ਕੀਤਾ, ਫੂਡ ਵਾਲੀ ਪਾਈਪ ਲਗਾਈ, ਸਿਰਿੰਜ ਨਾਲ ਦੁੱਧ ਦਿੰਦੇ ਸੀਗੇ। ਇੱਕ ਛੇਦ ਇੱਥੇ ਕੀਤਾ ਤਾਂ ਕਿ ਉਹਦੇ ਮੂੰਹ 'ਚ ਥੋੜ੍ਹਾ ਜਿਹਾ ਸਵਾਦ ਲਈ ਅਸੀਂ ਦੁੱਧ ਦਿੰਦੇ ਸੀ ਜਾਂ ਕੁਝ ਵੀ ਦਿੰਦੇ ਸੀ, ਉਹ ਨਾਲ ਦੀ ਨਾਲ ਇੱਥੋਂ ਨਿਕਲ ਜਾਂਦਾ ਸੀ। ਇੱਥੇ ਅਸੀਂ ਕਾਟਨ ਵਗੈਰਾ ਲਗਾ ਕੇ ਅਤੇ ਅਸੀਂ ਮਤਲਬ ਉਹ ਸਾਰਾ ਕੁਝ ਫੇਸ ਕਰ ਰਹੇ ਸੀ ਵੀ ਕਿਸੇ ਤਰੀਕੇ ਇਸ ਚੀਜ਼ ਨੂੰ ਮੈਨੇਜ ਕਰੀਏ। ਉਮੀਦ ਹੈ, ਹਾਲੇ ਵੀ ਉਮੀਦ ਹੈ। ਸਾਨੂੰ ਉੱਥੇ ਬੱਚਾ ਦੇਖਣ ਨਹੀਂ ਸੀ ਦਿੱਤਾ ਜਾਂਦਾ ਹੌਸਪੀਟਲ ਦੇ ਵਿੱਚ। ਸਾਨੂੰ ਇਹ ਦੱਸਿਆ ਗਿਆ ਕਿ ਆਪਰੇਸ਼ਨ ਸਕਸੈਸਫੁਲ ਰਿਹਾ, ਲਗਭਗ 1.5 ਲੱਖ ਰੁਪਇਆ ਖਰਚ ਆਊਗਾ ਤੁਹਾਡਾ ਟ੍ਰੀਟਮੈਂਟ ਦੇ ਉੱਪਰ। ਅਤੇ ਚਲੋ ਕੋਈ ਗੱਲ ਨਹੀਂ, ਅਸੀਂ ਇਸ ਗੱਲ ਲਈ ਤਿਆਰ ਸੀ ਵੀ ਪੈਸੇ ਦੀ ਕੋਈ ਗੱਲ ਨਹੀਂ ਹੈ। ਬਟ ਸਮੇਂ ਦੇ ਨਾਲ ਨਾਲ ਮੁਸੀਬਤਾਂ ਵੱਧਦੀਆਂ ਚਲੀਆਂ ਗਈਆਂ। 1.5 ਲੱਖ ਦਾ ਖਰਚਾ ਹੌਸਪੀਟਲਾਂ ਦਾ ਵੱਧਦਾ ਚਲਿਆ ਗਿਆ। ਕਦੇ ਵੈਂਟੀਲੇਟਰ 'ਤੇ ਲਗਾਤਾ, ਕਦੇ ਦੁਬਾਰਾ ਆਪਰੇਸ਼ਨ ਕਰਨਾ। ਉੱਥੇ ਡਾਕਟਰ ਤੋਂ ਗਲਤੀ ਹੋਈ, ਜੋ ਉਹਨਾਂ ਨੇ ਛੇਦ ਕੀਤਾ ਸੀ ਉਹ ਵੱਡਾ ਹੋ ਗਿਆ, ਜੋ ਉੱਥੇ ਪਾਈਪ ਲੱਗਦੀ ਸੀ ਉਹ ਪਤਲੀ ਸੀ, ਦੁੱਧ ਸਾਈਡ ਤੋਂ ਲੀਕ ਹੋ ਜਾਂਦਾ ਸੀ। ਇਸ ਚੀਜ਼ ਨੂੰ ਅਸੀਂ ਸਮਝ ਨਹੀਂ ਸੀ ਸਕਦੇ ਕਿ ਪ੍ਰੋਬਲਮ ਕੀ ਆ। ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਦੁੱਧ ਲੀਕ ਹੋ ਰਿਹਾ ਜੀ, ਕਿਉਂ ਹੋ ਰਿਹਾ ਮੈਨੂੰ ਨਹੀਂ ਸੀ ਪਤਾ ਲੱਗਦਾ, ਕਿਉਂਕਿ ਬੱਚਾ ਦੇਖਣ ਨਹੀਂ ਸੀ ਦਿੱਤਾ ਜਾਂਦਾ। ਤੁਹਾਡੇ ਨਾਲ ਗੱਲਬਾਤ ਅਸੀਂ ਜਾਰੀ ਰੱਖਾਂਗੇ। ਮੈਨੂੰ ਲੱਗਦਾ ਹੈ ਕਿ ਪੂਜਾ ਹੋਰਾਂ ਦੇ ਜਿਹੜੇ ਜਜ਼ਬਾਤ ਨੇ, ਮਾफ़ੀ ਚਾਹੁੰਦੇ ਹਾਂ ਜੀ, ਅਸੀਂ ਖੁਦ ਵੀ ਮਾफ़ੀ ਚਾਹੁੰਦੇ ਹਾਂ। ਅਸੀਂ ਤੁਹਾਡਾ ਉਹ ਦਰਦ ਜਿਹੜਾ ਕੁਰੇਦ ਲਿਆ, ਕਿਉਂਕਿ ਮਜਬੂਰੀ ਹੈਗੀ ਹੈ ਸਾਡੀ ਵੀ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ, ਜਿਹੜੀ ਮੈਸੇਜ, ਜਿਹੜਾ ਸੁਨੇਹਾ ਤੁਸੀਂ ਸਾਡੇ ਜ਼ਰੀਏ ਦੇਣਾ ਚਾਹੁੰਦੇ ਹੋ। ਪੂਜਾ ਜੀ, ਮਾफ़ ਕਰਨਾ, ਮੈਂ ਬੜੀ ਮਾफ़ੀ ਦੇ ਨਾਲ ਤੁਹਾਡੇ ਕੋਲੋਂ ਇਹ ਸਵਾਲ ਪੁੱਛ ਰਿਹਾ। ਜਦੋਂ ਬੱਚੇ ਦੀ ਡਿਲੀਵਰੀ ਹੋਈ, ਤੁਹਾਨੂੰ ਪਤਾ ਲੱਗਿਆ, ਪਹਿਲੇ ਦਿਨ ਮਾਂ ਵਾਸਤੇ ਬਹੁਤ ਔਖਾ ਹੁੰਦਾ ਹੈ। ਮੇਰੇ ਕੋਲੋਂ ਸਵਾਲ ਵੀ ਪੁੱਛਿਆ ਜਾਣਾ, ਮੈਨੂੰ ਲੱਗਦਾ ਮੇਰੀ ਜ਼ੁਬਾਨ ਹੈਗੀ ਉਹ ਸਾਥ ਨਹੀਂ ਦੇ ਰਹੀ ਮੇਰਾ। ਮਾਂ ਵਾਸਤੇ ਪਹਿਲੇ ਦਿਨ ਬੱਚੇ ਦੀ ਖੁਸ਼ੀ ਦਾ ਦਿਨ ਹੁੰਦਾ ਹੈ, ਉਤਸ਼ਾਹ ਵਾਲਾ ਦਿਨ ਹੁੰਦਾ ਹੈ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਬੱਚੇ ਦੇ ਗਲ ਦੇ ਵਿੱਚ ਵੀ ਜਿਹੜਾ ਸੁਰਾਖ ਕੀਤਾ ਗਿਆ, ਤੁਹਾਡੇ ਬੱਚੇ ਦੇ ਪੇਟ ਦੇ ਵਿੱਚ ਵੀ ਸੁਰਾਖ ਕੀਤਾ ਗਿਆ, ਕਿਹੋ ਜਿਹੀਆਂ ਭਾਵਨਾਵਾਂ ਸੀ ਉਸ ਵੇਲੇ? ਉਸ ਵੇਲੇ ਮੈਂ ਮਤਲਬ ਜਿਸ ਦਿਨ ਮੇਰਾ ਸਿਜ਼ੇਰੀਅਨ ਹੋਇਆ 3 ਦਿਨ ਤਾਂ ਮੈਨੂੰ ਮਤਲਬ ਕਿ ਰੂਮ ਦੇ ਵਿੱਚੋਂ ਬਾਹਰ ਨਹੀਂ ਆਉਣ ਦਿੱਤਾ ਬੱਚੇ ਨੂੰ ਦੇਖਣ ਲਈ, ਕਿਉਂਕਿ ਜਿਸ ਦਿਨ ਮੇਰੀ ਡਿਲੀਵਰੀ ਹੋਈ ਉਸੇ ਦਿਨ ਇਹ ਲੈ ਕੇ ਹੌਸਪੀਟਲ 'ਚ, ਦੂਸਰੇ ਹੌਸਪੀਟਲ 'ਚ ਰੈਫਰ ਕਰਤਾ ਉਹਨਾਂ ਨੂੰ। ਤਾਂ 3 ਦਿਨ ਤਾਂ ਮੈਂ ਹੌਸਪੀਟਲ 'ਚ ਦੇਖਿਆ ਹੀ ਨਹੀਂ ਉਹ ਬਿਲਕੁਲ ਵੀ। ਫਿਰ ਜਿਹੜੇ ਹੌਸਪੀਟਲ ਦੇ ਵਿੱਚ ਰੈਫਰ ਕੀਤਾ ਉਹਨੂੰ, ਮੈਂ ਉੱਥੇ ਵੀ 11ਵੇਂ ਦਿਨ ਗਈ ਸੀ ਉਹਨੂੰ ਦੇਖਣ। ਕੀ ਨਾਮ ਕੀ ਰੱਖਿਆ ਸੀ ਉਹਦਾ ਲੱਕੀ, ਬੇਟੇ ਦਾ ਨਾਮ ਲੱਕੀ ਰੱਖਿਆ ਸੀ। ਤਾਂ
ਤਾਂ ਉਹਨੂੰ ਮੈਂ 11ਵੇਂ ਦਿਨ ਦੇਖਣ ਗਈ ਤਾਂ ਹਸਪੀਟਲ ਦੇ ਵਿੱਚ ਮਸ਼ੀਨ ਦੇ ਵਿੱਚ ਪਿਆ ਉਹ। ਔਰ ਉੱਥੇ ਮਤਲਬ ਕਿ ਉਹਦਾ ਮਤਲਬ ਮੈਂ ਚਲੋ ਮੈਂ ਮਾਂ ਸੀ, ਮੈਨੂੰ ਦੇਖਣਾ ਪਿਆ ਬੱਚਾ ਆਪਣਾ, ਲੇਕਿਨ ਮੈਂ ਉਹਨੂੰ ਦੇਖ ਨਹੀਂ ਸੀ ਸਕਦੀ। ਜੋ ਉਹਦੀ ਹਾਲਤ ਉਸ ਟਾਈਮ ਮਸ਼ੀਨ ਦੇ ਵਿੱਚ ਉਹਨਾਂ ਨੇ ਕੀਤੀ ਹੋਈ ਸੀ ਮੇਰੇ ਬੱਚੇ ਦੀ। ਹਾਲਤ ਕੀਤੀ ਮਤਲਬ ਉਹ ਰੋ ਰਿਹਾ ਸੀ ਉਸ ਮਸ਼ੀਨ ਦੇ ਵਿੱਚ ਪਿਆ, ਬੁਰਾ ਹਾਲ ਉਸ ਬੱਚੇ ਦਾ। ਮੈਂ ਉਹ ਡਾਕਟਰ ਨੂੰ ਵੀ ਕਿਹਾ, ਮੈਂ ਕਿਹਾ ਮੇਰਾ ਬੱਚਾ ਰੋ ਰਿਹਾ, ਤੁਸੀਂ ਉਸ ਨੂੰ ਚੁੱਪ ਕਿਉਂ ਨਹੀਂ ਕਰਾ ਰਹੇ? ਉਹਦੇ ਇੱਥੇ ਫੂਡ ਪਾਈਪ ਪਾਈ ਹੋਈ, ਉਹ ਜਦੋਂ ਰੋ ਰਿਹਾ ਸੀ ਉਹਦਾ ਪੇਟ ਉੱਪਰ ਨੀਚੇ ਉਹ ਸੁਰਾਖ ਵੱਧ ਗਿਆ। ਉਹਨਾਂ ਨੇ ਕੇਅਰ ਨਹੀਂ ਕੀਤੀ ਮੇਰੇ ਬੱਚੇ ਦੀ। ਮੈਂ ਉਹਨਾਂ ਨੂੰ ਕਹਿ ਕੇ ਵੀ ਆਈ, ਮੈਂ ਕਿਹਾ ਤੁਸੀਂ ਮੇਰੇ ਬੱਚੇ ਦੀ ਕੇਅਰ ਕਿਉਂ ਨਹੀਂ ਕਰਦੇ? ਨਹੀਂ ਕੇਅਰ ਕਰਨੀ, ਮੈਨੂੰ ਇੱਥੇ ਛੱਡੋ, ਮੈਂ ਆਪਣੇ ਬੱਚੇ ਦੀ ਖੁਦ ਕੇਅਰ ਕਰੂੰਗੀ। ਠੀਕ ਹੈ, ਮੈਂ ਮਾਂ ਵਾਂ, ਤੁਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੇ, ਮਾਂ ਵਾਲੇ ਚੀਜ਼ਾਂ ਨੂੰ ਨਹੀਂ ਸਮਝ ਸਕਦੇ ਜੋ ਮਾਂ ਸਮਝ ਸਕਦੀ ਹੈ। ਤਾਂ ਬਸ ਮਤਲਬ ਕਿ ਮੈਂ ਡੇਲੀ ਜਾਂਦੀ ਸੀ ਦੇਖਣ ਉਹਨੂੰ, ਮੇਰੇ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣ ਦਿੰਦੇ ਸੀ ਅੰਦਰ। ਨਹੀਂ, ਨਾ ਇਹਨਾਂ ਨੂੰ ਜਾਣ ਦਿੰਦੇ ਸੀ, ਸਿਰਫ ਮੈਂ ਹੀ ਜਾਂਦੀ ਸੀ। 2-4 ਮਿੰਟ ਖੜਨ ਦਿੰਦੇ ਸੀ, ਉਸ ਤੋਂ ਵੱਧ ਖੜਨ ਨਹੀਂ ਸੀ ਦਿੰਦੇ ਅੰਦਰ। ਫਿਰ ਇਲਾਜ ਕਿਵੇਂ ਚੱਲਿਆ? ਤੁਸੀਂ ਦੱਸ ਰਹੇ ਸੀ ਕਿ ਕੋਈ ਅਜਿਹੀ ਥਾਂ ਨਹੀਂ ਬਚੀ ਜਿੱਥੇ ਉਹਦੀ ਸਿਰਿੰਜ ਨਾ ਚੁਭੋਈ ਹੋਵੇ। ਹਾਂਜੀ, ਕੋਈ ਮਤਲਬ ਲਾਸਟ ਉਹਦੀ ਵਾਸ਼ਰੂਮ ਵਾਲੀ ਜਗ੍ਹਾ ਬਚੀ ਸੀ, ਉੱਥੇ ਵੀ ਉਹਨਾਂ ਨੇ ਡ੍ਰਿਪ ਲਗਾ ਕੇ ਉਹਦੀ ਕੋਸ਼ਿਸ਼ ਕੀਤੀ ਵੀ ਚਲੋ ਹੋ ਜਵੇ ਠੀਕ, ਪਰ ਨਹੀਂ। ਕਿਹੋ ਜਿਹੀ ਟ੍ਰੀਟਮੈਂਟ ਕਿਸ ਤਰੀਕੇ ਨਾਲ ਦਿੱਤਾ ਜਾਂਦਾ ਸੀ? ਤੁਹਾਡੇ ਸਾਹਮਣੇ ਸੂਈਆਂ ਚੁਭੋਈਆਂ ਜਾਂਦੀਆਂ ਸੀ? ਹਾਂ, ਮੈਂ ਕੋਲੇ ਖੜੀ ਹੁੰਦੀ ਸੀ ਮਸ਼ੀਨ ਦੇ, ਮੈਨੂੰ ਕਹਿੰਦੇ ਸੀ ਵੀ ਤੁਸੀਂ ਬਾਹਰ ਜਾਓ। ਮੈਂ ਕਿਹਾ ਨਹੀਂ, ਮੈਂ ਆਪਣੇ ਬੇਬੀ ਨੂੰ ਛੱਡ ਕੇ ਬਾਹਰ ਨਹੀਂ ਜਾਣਾ। ਤੁਸੀਂ ਪਤਾ ਨਹੀਂ ਬਾਅਦ ਵਿੱਚ ਕੀ ਕਰਨਾ ਕੀ ਨਹੀਂ ਕਰਨਾ, ਮੈਨੂੰ ਨਹੀਂ ਪਤਾ, ਲੇਕਿਨ ਮੈਂ ਇਹਦੇ ਕੋਲੇ ਰਹੂੰਗੀ, ਮੈਂ ਦੇਖੂੰਗੀ ਸਭ ਕੁਝ, ਤੁਸੀਂ ਮੇਰੇ ਸਾਹਮਣੇ ਕਰੋ ਜੋ ਕਰਨਾ। ਸੂਈਆਂ ਲਗਾਉਂਦੇ ਸੀ, ਕਈ ਵਾਰੀ ਉਹਦੀਆਂ ਨਾੜਾਂ ਬਿਲਕੁਲ ਡੈਮੇਜ ਕਰਤੀਆਂ ਸੀ ਉਹਨਾਂ ਨੇ, ਸੂਈਆਂ ਲਗਾ ਲਗਾ ਕੇ, ਕਿਉਂਕਿ ਵੀਕ ਬਹੁਤ ਸੀ, ਵੇਨ ਲੱਭਦੀ ਨਹੀਂ ਸੀਗੀ। ਉਹ ਫਿਰ ਸੂਈਆਂ ਲਗਾ ਲਗਾ ਕੇ ਟ੍ਰੀਟਮੈਂਟ ਕਰਦੇ ਸੀ, ਕਦੇ ਕਿਤੇ ਲਗਾਤੀ ਕਦੇ ਕਿਤੇ ਲਗਾ। ਜੀ। ਸੋ ਅਸੀਂ ਇੱਕ ਵਾਰ ਫਿਰ ਤੋਂ ਆਨੰਦ ਹੋਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਟਾਈਮ ਬਹੁਤ ਥੋੜ੍ਹਾ ਹੈ, ਬਹੁਤ ਥੋੜ੍ਹੇ ਦੇ ਵਿੱਚ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਨਾਮ ਲੱਕੀ ਕੀ ਸੋਚ ਕੇ ਰੱਖਿਆ ਸੀ ਬੱਚੇ ਦਾ? ਲੱਕੀ ਨਾਮ ਤਾਂ ਇਸ ਕਰਕੇ ਰੱਖਿਆ ਸੀ ਜੀ ਕਿ ਉਹ ਬੱਚਾ ਸਾਡੇ ਘਰ ਜਨਮ ਲੈ ਗਿਆ। ਅਸੀਂ ਇਹੀ ਸੋਚਿਆ ਸੀ ਕਿ ਜੇ ਉਹ ਕਿਸੇ ਹੋਰ ਦੇ ਘਰ ਜਨਮ ਲੈ ਜਾਂਦਾ ਤਾਂ ਉਹ 1 ਜਾਂ 2 ਦਿਨ ਹੀ ਜੀ ਪਾਉਂਦਾ। ਜਿੰਨੇ ਅਸੀਂ ਐਫਰਟ ਕੀਤੇ, ਜੀ ਤੋੜ ਐਫਰਟ ਕੀਤੇ, ਦਿਨ ਰਾਤ ਅਸੀਂ ਸੰਭਾਲਿਆ। ਸਾਨੂੰ ਲੁਧਿਆਣੇ ਵਾਲੇ ਹਸਪੀਟਲ ਵਾਲਿਆਂ ਨੇ 1 ਮਹੀਨੇ ਬਾਅਦ ਜਵਾਬ ਦੇ ਦਿੱਤਾ ਸੀ ਕਿ ਇਹ ਬੱਚਾ 1 ਘੰਟੇ ਦਾ, 1 ਘੰਟੇ ਤੋਂ ਜ਼ਿਆਦਾ ਇਹ ਜੀ ਨਹੀਂ ਸਕਦਾ। ਮੈਂ ਹੋਰ ਵੱਡੇ ਹਸਪੀਟਲ ਲੈ ਕੇ ਜਾਣਾ ਚਾਹੁੰਦਾ ਸੀ, ਪਰ ਉਹ ਰਸਤਾ 3 ਘੰਟੇ ਦਾ। ਮੈਂ ਜਿਉਂਦੇ ਜੀ ਉਸ ਬੱਚੇ ਦਾ ਸਾਥ ਨਹੀਂ ਛੱਡਿਆ। ਮੈਂ ਫਿਰ ਵੀ ਐਂਬੂਲੈਂਸ ਕੀਤੀ, ਅੱਗੇ ਪਹੁੰਚਿਆ। ਉੱਥੇ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਇਹੀ ਕਿਹਾ ਕਿ ਇਹਦੀ ਭੁੱਖ ਦਾ ਅਰੇਂਜਮੈਂਟ ਕਰੋ, ਕਿਉਂਕਿ ਮੂੰਹ ਰਾਹੀਂ ਅਸੀਂ ਕੁਝ ਦੇ ਨਹੀਂ ਸੀ ਸਕਦੇ। ਡ੍ਰਿਪ ਹੀ ਲੱਗਦੀ ਸੀ, TPN ਕਿਹਾ ਜਾਂਦਾ ਮੈਡੀਕਲ ਲਾਈਨ ਦੇ ਵਿੱਚ, ਟੋਟਲ ਪੇਰੈਂਟਲ ਨਿਊਟ੍ਰੀਸ਼ਨ। ਸਭ ਤੋਂ ਪਹਿਲਾਂ ਜਾ ਕੇ ਮੈਂ ਉਹੀ ਸਟਾਰਟ ਕਰਵਾਈ ਸੀ। ਉੱਥੇ ਵੀ ਮੈਨੂੰ ਕਿਹਾ ਗਿਆ ਵੀ ਬੱਚਾ 2 ਘੰਟੇ 3 ਘੰਟੇ ਕੁਝ ਵੀ ਹੋ ਸਕਦਾ। ਮੈਂ ਜਿੰਨਾ ਚਿਰ ਹੈਗਾ ਕੋਈ ਗੱਲ ਨਹੀਂ, ਤੁਸੀਂ ਆਪਣੇ ਐਫਰਟਸ ਲਗਾਓ ਅਤੇ ਮੈਨੂੰ ਪ੍ਰੋਬਲਮ ਸਮਝਾਓ ਕਿ ਪ੍ਰੋਬਲਮ ਕੀ ਆ। ਤਾਂ ਮੈਨੂੰ ਉਹਨਾਂ ਨੇ ਦੱਸਿਆ ਕਿ ਆਹ ਦੇਖੋ, ਇੱਥੋਂ ਦੁੱਧ ਲੀਕ ਹੋ ਰਿਹਾ। ਗਲੀ ਸੀ, ਗਲੀ ਦੇ ਵਿੱਚ ਪਾਈਪ ਪਾਈ ਗਈ ਸੀ, ਪਾਈਪ ਉਹ ਲੂਜ਼ ਸੀ, ਸਾਈਡਾਂ ਤੋਂ ਦੁੱਧ ਲੀਕ ਹੁੰਦਾ ਸੀ। ਮੈਂ ਉਸੇ ਸਮੇਂ ਉਹਨਾਂ ਨੂੰ, ਡਾਕਟਰ ਨੂੰ ਕਹਿ ਬੈਠਿਆ ਕਿ ਤੁਸੀਂ ਫਿਰ ਇਹਦੇ ਵਿੱਚ ਥੋੜ੍ਹੀ ਮੋਟੀ ਪਾਈਪ ਲਗਾ ਦਿਓ, ਟਾਈਟ ਹੋ ਜੂਗੀ ਅਤੇ ਦੁੱਧ ਰੁਕ ਜਾਏਗਾ। ਤਾਂ ਮੈਨੂੰ ਜਵਾਬ ਮਿਲਿਆ ਕਿ ਡਾਕਟਰ ਅਸੀਂ ਹਾਂ ਜਾਂ ਤੁਸੀਂ। ਮਤਲਬ ਡਾਕਟਰ ਕਿਸੇ ਨੂੰ ਗੱਲ ਵੀ ਨਹੀਂ ਕਰਨ ਦਿੰਦੇ, ਕੁੱਲ ਮਿਲਾ ਕੇ ਗੱਲ ਇਹ ਹੈ। ਤਾਂ ਮੈਂ ਕਿਹਾ ਤੁਸੀਂ ਡਾਕਟਰ ਹੋ, ਉਹ 'ਚ ਮੈਨੂੰ ਕੋਈ ਸ਼ੱਕ ਨਹੀਂ, ਤੁਸੀਂ ਪੜ੍ਹੇ ਲਿਖੇ ਵੀ ਹੋ, ਪਰ ਦੇਸੀ ਸ਼ਬਦਾਂ 'ਚ ਮੈਂ ਇਹ ਗੱਲ ਦੱਸ ਸਕਦਾ ਕਿ ਅਗਰ ਇੱਥੇ ਪਾਈਪ ਮੋਟੀ ਪਾ ਦਿੱਤੀ ਜਾਂਦੀ ਹੈ ਤਾਂ ਇਹ ਦੁੱਧ ਰੁਕ ਸਕਦਾ। ਤਾਂ ਜਵਾਬ ਸੀ ਕਿ ਇਸ ਤੋਂ ਮੋਟੀ ਪਾਈਪ ਨਹੀਂ ਆਉਂਦੀ। ਮੈਂ ਬਹੁਤ ਭੱਜ ਨੱਠ ਕਰਕੇ ਕਿਵੇਂ ਨਾ ਕਿਵੇਂ ਕਰਕੇ ਉੱਥੋਂ ਪਾਈਪ ਮੋਟੀ ਲੱਭਣ 'ਚ ਕਾਮਯਾਬ ਰਿਹਾ। ਨਕਲੀ ਸੀ, ਕਿਸੇ ਵਧੀਆ ਕੰਪਨੀ ਦੀ ਨਹੀਂ ਸੀ, ਪਰ ਮੋਟੀ ਜ਼ਰੂਰ ਸੀ। ਮੈਡੀਕਲ ਇਕਵਿਪਮੈਂਟਸ ਸੇਮ ਸਾਈਜ਼ ਦੇ ਮੋਟੇ ਪਤਲੇ ਨਿਕਲ ਗਏ। ਮੈਨੂੰ ਵੀ ਪਤਾ ਨਹੀਂ ਕਿੱਦਾਂ, ਉਹਦੇ ਉੱਤੇ MM ਦਾ ਸਾਈਜ਼ ਹੁੰਦਾ। 8 MM ਦੀ ਪਾਈਪ ਪਹਿਲਾਂ ਲੱਗੀ ਸੀ, 8 MM ਦੀ ਦੂਸਰੀ ਸੀ, ਪਰ ਉਹ ਮੋਟੀ ਸੀ। ਮੈਂ ਜਿੰਨੇ ਮੇਰੇ ਤੋਂ ਐਫਰਟ, ਮੈਂ ਸਾਰੀਆਂ ਪਾਈਪਾਂ ਵਿਛਾਈਆਂ, ਜਿਹੜੀ ਮੋਟੀ ਲੱਗੀ ਮੈਂ ਉਹ ਲਗਾਤੀ ਅਤੇ ਉੱਥੇ ਦੁੱਧ ਰੁਕ ਗਿਆ। ਮੈਂ ਉਸ ਵੱਡੇ ਹਸਪੀਟਲ ਤੋਂ, ਜਿੱਥੇ ਮੈਨੂੰ ਬਹੁਤ ਵੱਡੇ ਹਸਪੀਟਲ ਨੇ ਮਨਾ ਕਰਤਾ ਸੀ, 10 ਲੱਖ ਰੁਪਇਆ ਲੈਣ ਤੋਂ ਬਾਅਦ ਮਨਾ ਕਰਤਾ ਸੀ ਕਿ ਇਹ ਬੱਚਾ ਨਹੀਂ ਬਚੇਗਾ, ਉਸ ਤੋਂ ਅਗਲੇ ਹਸਪੀਟਲ 'ਚੋਂ ਮੈਂ ਬੱਚੇ ਨੂੰ ਤੰਦਰੁਸਤ ਲੈ ਕੇ ਘਰੇ ਆਇਆ ਸੀ ਵੀ ਹੁਣੇ ਠੀਕ ਆ, ਇਹਦਾ 3-4 ਸਾਲ ਬਾਅਦ ਇਹਦਾ ਦੁਬਾਰੇ ਆਪਰੇਸ਼ਨ ਹੋਊਗਾ ਜਦੋਂ ਇਹ ਹੈਲਦੀ ਹੋ ਜਾਊਗਾ। ਪਰ ਕਿਸਮਤ ਨੂੰ ਹੋਣੀ ਨੂੰ ਹੋਰ ਮਨਜ਼ੂਰ ਸੀ, ਚਲੋ ਅੱਗੇ ਜਾ ਕੇ ਪ੍ਰੋਬਲਮ ਆਈ, ਪਰ ਉੱਥੋਂ ਅਸੀਂ ਇੱਕ ਚੱਕਰ ਦੇ ਵਿੱਚੋਂ ਹਾਲਾਤ ਕੀ ਬਣ ਗਏ ਸੀ? ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਮਾਨਸਿਕ ਤੌਰ 'ਤੇ ਤਾਂ ਪੀੜਾ ਹੋਈ, ਮਾਨਸਿਕ ਤੌਰ 'ਤੇ ਤਾਂ ਸਬਕ ਮਿਲੇ ਹੀ, ਬੱਚੇ ਦੇ ਕੀ ਹਾਲਾਤ ਸੀ ਉਸ ਵੇਲੇ? ਬੱਚਿਆਂ ਨੂੰ ਕਿਸ ਤਰੀਕੇ ਨਾਲ ਟਰੀਟ ਕੀਤਾ ਗਿਆ ਸਾਡੇ ਮਾਡਰਨ ਮੈਡੀਕਲ ਸਿਸਟਮ ਨੇ?
ਜੇ ਸੱਚ ਬੋਲਾਂ ਤਾਂ ਹੋ ਸਕਦਾ ਮੈਡੀਕਲ ਡਿਪਾਰਟਮੈਂਟ ਨੂੰ, ਵੱਡੇ ਹਸਪੀਟਲਾਂ ਨੂੰ ਸ਼ਾਇਦ ਮੇਰੀ ਗੱਲ ਬੁਰੀ ਵੀ ਲੱਗੇ। ਨੋ ਡਾਊਟ ਕਿ ਉਹਨਾਂ ਕੋਲ ਐਜੂਕੇਸ਼ਨ ਆ, ਨੌਲੇਜ ਆ, ਕੋਸ਼ਿਸ਼ ਕਰਦੇ ਆ ਬਚਾਉਣ ਦੀ, ਪਰ ਜਿੱਥੇ ਵੀ ਮੈਂ ਗਿਆ ਇੱਕ ਚੀਜ਼ ਦੇਖੀ ਕਿ ਇਹਨਾਂ ਲੋਕਾਂ 'ਚ ਇਨਸਾਨੀਅਤ ਨਹੀਂ ਹੈ। ਡਾਕਟਰ ਇਨਸਾਨੀਅਤ ਨੂੰ ਭੁੱਲ ਗਏ। ਉਹ ਸਿਰਫ ਇੱਕ ਮਾਸ ਦਾ ਟੁਕੜਾ ਸਮਝਦੇ ਆ ਇਨਸਾਨ ਨੂੰ, ਚਾਹੇ ਉਹ ਬੱਚਾ ਚਾਹੇ ਉਹ ਵੱਡਾ। ਇਨਸਾਨੀਅਤ ਕੰਨਿਓ ਬਹੁਤ ਜ਼ਿਆਦਾ ਕਮਜ਼ੋਰੀ ਆ, ਸਿਰਫ ਪੈਸਾ ਮੁੱਖ ਆ। ਮੈਂ ਇਹ ਨਹੀਂ ਕਹਿੰਦਾ ਕਿ ਜਾਣਬੁੱਝ ਕੇ ਮੇਰੇ ਬੱਚੇ ਨਾਲ ਕੋਈ ਇਸ ਤਰ੍ਹਾਂ ਦਾ ਟਰੀਟਮੈਂਟ ਕੀਤਾ ਗਿਆ, ਪਰ ਜੇ ਉਹਨੂੰ ਥੋੜ੍ਹਾ ਜਿਹਾ ਕਲੋਜ਼ ਹੋ ਕੇ ਸੋਚਿਆ ਜਾਂਦਾ, ਉਹਦਾ ਟਰੀਟਮੈਂਟ ਕੀਤਾ ਜਾਂਦਾ ਤਾਂ ਸ਼ਾਇਦ ਜ਼ਿਆਦਾ ਬੈਟਰ ਸੀ। ਬਹੁਤ ਜ਼ਿਆਦਾ ਪੀੜਾ ਸਾਡੇ ਬੱਚੇ ਨੂੰ ਹੁੰਦੀ ਸੀ ਜਦੋਂ ਸੂਈਆਂ ਚੁਭਾਈਆਂ ਜਾਂਦੀਆਂ, ਸੂਈਆਂ ਬੇਰਹਿਮੀ ਨਾਲ ਚੁਭਾਈਆਂ ਜਾਂਦੀਆਂ ਸੀ, ਗੈਰ ਇਨਸਾਨੀ ਢੰਗ ਨਾਲ ਚੁਭਾਈਆਂ ਜਾਂਦੀਆਂ ਸੀਗੀਆਂ। ਮਤਲਬ ਠੀਕ ਆ, ਸਾਡੀ ਮਜਬੂਰੀ ਸੀ। ਅਸੀਂ ਵੀ ਹਰ ਰੋਜ਼ ਰੋਂਦੇ ਸੀ ਜਦੋਂ ਸੂਈ ਲੱਗ ਜਾਂਦੀ ਸੀ, ਅਸੀਂ ਸ਼ੁਕਰ ਮਨਾਉਂਦੇ ਸੀ ਵੀ ਸੂਈ ਹੁਣ ਲੱਗ ਗਈ ਹੈ, ਚਲੋ ਠੀਕ ਆ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 11,000 ਰੁਪਏ ਦੀ ਇੱਕ ਸੂਈ ਲਗਾਈ ਗਈ ਮੇਰੇ ਬੱਚੇ ਨੂੰ। ਮੈਨੂੰ ਕਿਹਾ ਗਿਆ ਕਿ ਇਹ ਫਿੱਟ ਕਰ ਦਿੰਦੇ ਆ, ਦੁਬਾਰਾ ਨੂੰ ਸੂਈਆਂ ਨਹੀਂ ਲਗਾਉਣੀਆਂ ਪੈਣੀਆਂ। ਫਿਰ ਮੈਂ ਕਿਹਾ ਯਾਰ ਪਹਿਲਾਂ ਲਗਾ ਦੇਣੀ ਸੀ, ਇਹਨੂੰ ਇੰਨਾ ਪਰੇਸ਼ਾਨ ਕਿਉਂ ਕੀਤਾ? ਤੁਹਾਨੂੰ ਤਾਂ ਨੌਲੇਜ, ਸਾਨੂੰ ਨੌਲੇਜ ਨਹੀਂ। 11,000 ਰੁਪਏ ਦੀ ਗੱਲ ਕੀ ਹੈ? ਅਸੀਂ 11,000 ਰੁਪਏ ਦੀ ਇੱਕ ਸੂਈ ਲਵਾਈ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਬਿੱਲ ਦੇ ਵਿੱਚ 2 ਲਗਾਈਆਂ ਗਈਆਂ, ਸਿਰਫ 11,000 ਰੁਪਏ ਦੀ। ਅਸੀਂ ਤਾਂ ਪਹਿਲਾਂ ਹੀ ਪਰੇਸ਼ਾਨ ਆ, ਰੋਜ਼ ਦਾ 20,000 ਰੁਪਏ ਬਿੱਲ, 25,000 ਰੁਪਏ ਬਿੱਲ। ਕਿੰਨਾ ਖਰਚਾ ਆ ਗਿਆ ਸੀ ਟੋਟਲ? ਆਰਥਿਕ ਪੱਖੋਂ ਵੀ ਹੌਲਾ ਹੋ ਗਿਆ ਸੀ ਸਿਸਟਮ ਤੁਹਾਡਾ? ਹੌਲਾ ਨਹੀਂ ਜੀ, ਟੋਟਲ ਖ਼ਤਮ ਹੋ ਗਿਆ ਸੀ। ਸਾਨੂੰ ਮੇਰੇ ਇਨ-ਲॉज ਫੈਮਿਲੀ ਨੇ ਬਹੁਤ ਸਪੋਰਟ ਕੀਤੀ। ਨੋ ਡਾਊਟ ਕਿ ਜਿਨ੍ਹਾਂ ਨੇ ਬੱਚਾ ਅਡਾਪਟ ਕਰਨਾ ਸੀ ਫਾਈਨੈਂਸ਼ੀਅਲੀ, ਉਹਨਾਂ ਨੇ ਵੀ ਸਪੋਰਟ ਕੀਤੀ, ਪਰ ਜੋ ਸਾਡੇ ਕੋਲੇ ਸੀ ਅਸੀਂ ਉਹ ਵੀ ਲਗਾਤਾ। ਉਸ ਤੋਂ ਇਲਾਵਾ ਹੋਰ ਬਹੁਤ ਕੁਝ ਹੋਇਆ ਉਸ 3.5-4 ਮਹੀਨੇ ਦੇ ਟਾਈਮ ਪੀਰੀਅਡ ਦੇ ਦੌਰਾਨ। ਟੋਟਲ ਬਿਜ਼ਨਸ ਡੈਮੇਜ ਹੋ ਗਿਆ। ਜੋ ਆਰਥਿਕ ਪੱਖੋਂ ਉਲਝੇ ਸੀਗੇ ਉਹ ਅੱਜ ਤੱਕ ਚੱਲੀ ਜਾ ਰਿਹਾ ਸਿਸਟਮ। ਅਤੇ ਜੋ ਕੁਛ ਹੋ ਗਿਆ, ਕਿਤੇ ਨਾ ਕਿਤੇ ਸਾਨੂੰ ਵੀ ਕਸੂਰਵਾਰ ਸਮਝਾਉਣ, ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ ਪਰਿਵਾਰਾਂ ਦੇ ਵਿੱਚ। ਇਹ ਅਕਸਰ ਆਮ ਹੁੰਦਾ। ਤੁਸੀਂ ਕੀ ਮੰਨਦੇ ਹੋ? ਤੁਸੀਂ ਕੀ ਮੰਨਦੇ ਹੋ ਆਪਣੇ ਆਪ ਨੂੰ ਵੀ ਜੋ ਤੁਹਾਡੇ ਮਾਨਸਿਕ, ਆਰਥਿਕ, ਸਮਾਜਿਕ ਹਾਲਾਤ ਬਣੇ, ਇਸ ਦਾ ਕਾਰਨ ਕੀ ਮੰਨਦੇ ਹੋ? ਕਾਰਨ ਫਾਰੂਕੀ ਜੀ ਅਕਸਰ ਸ਼ਸ਼ੋਪੰਜ ਵਾਲਾ ਮਾਮਲਾ ਰਹਿੰਦਾ। ਮੈਂ ਮੰਨਦਾ ਕਿ ਅਸੀਂ ਕੁਦਰਤ ਦੇ ਕੰਮ ਦੇ ਵਿੱਚ ਦਖਲ ਦੇਣ ਦੀ ਗਲਤੀ ਕੀਤੀ, ਪਰ ਮੈਂ ਕਦੇ ਵੀ ਇਸ ਗੱਲ ਦੇ ਲਈ ਮੇਰੀ ਵਾਈਫ ਨੂੰ ਮਤਲਬ ਇੰਨਾ ਦਿਲੋਂ ਕਮਜ਼ੋਰ ਨਹੀਂ ਪੈਣ ਦਿੰਦਾ ਕਿ ਤੈਂ ਕੋਈ ਗਲਤੀ ਕੀਤੀ ਸੀ। ਅਗਰ ਮੈਂ ਇਸ ਗੱਲ ਨੂੰ ਉਹਦੇ ਦਿਮਾਗ 'ਤੇ ਬੋਝ ਪਾ ਦਾਂ ਕਿ ਮੈਂ ਤੈਨੂੰ ਕਿਹਾ ਸੀ, ਤੂੰ ਰੁਕੀ ਨਹੀਂ, ਆਪਾਂ ਬਰਬਾਦ ਹੋ ਗਏ, ਇਹ ਹੋ ਗਿਆ ਉਹ ਹੋ ਗਿਆ, ਮੈਂ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦਾ। ਮੇਰੀ ਵਾਈਫ ਨੇ ਬਹੁਤ ਨੇਕ ਕੰਮ ਕੀਤਾ। ਮੈਂ ਕਈ ਵਾਰ ਕਹਿੰਦਾ ਕਿ ਜ਼ਿੰਦਗੀ ਦਾ ਤੈਂ ਸਭ ਤੋਂ ਵੱਡਾ ਕੰਮ ਕੀਤਾ। ਠੀਕ ਆ, ਕੁਦਰਤ ਦੇ ਕੰਮ ਦੇ ਵਿੱਚ ਦਖਲ ਸੀ, ਉਹ ਗਲਤ ਹੋ ਗਿਆ। ਐਕਸਪਾਇਰ ਹੋ ਗਿਆ ਫਿਰ? ਹਾਂ, ਉਹ ਲਗਭਗ 3.25 ਮਹੀਨੇ ਦਾ ਸੀ ਜਦੋਂ ਉਹ ਐਕਸਪਾਇਰ ਹੋ ਗਿਆ ਸੀ। ਉਹਨੂੰ ਇਨਫੈਕਸ਼ਨ ਹੋ ਗਈ ਸੀ, ਪਾਈਪ ਟੁੱਟ ਗਈ ਸੀ, ਜੋ ਫੂਡ ਵਾਲੀ ਪਾਈਪ ਲੱਗੀ ਸੀ ਉਹ ਅੰਦਰ ਚੁੱਭ ਗਈ, ਅੰਦਰ ਇਨਫੈਕਸ਼ਨ ਹੋ ਗਈ। ਅਤੇ ਬਹੁਤ ਕੋਸ਼ਿਸ਼ ਕੀਤੀ ਗਈ ਬਚਾਉਣ ਦੀ, ਪਰ ਅਨਲਕੀਲੀ ਉਹ ਮਤਲਬ ਪੂਰਾ ਹੋ ਗਿਆ। ਅਤੇ ਮੈਂ ਕੈਮਰੇ ਸਾਹਮਣੇ ਔਨ ਰਿਕਾਰਡ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਮੇਰਾ ਬੱਚਾ ਪੂਰਾ ਹੋਇਆ ਸੀ ਤਾਂ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਸੀ ਕਿ ਇਹਦੇ ਦੁੱਖ ਕੱਟੇ ਗਏ ਆ। ਸੋ ਹਾਂ, ਪੂਜਾ ਜੀ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਾਹੌਲ ਬੇਸ਼ੱਕ ਇੱਥੇ ਕਾਫੀ ਭਾਵੁਕ ਹੈ। ਪੂਜਾ ਜੀ, ਇੰਨੀਆਂ ਅਜ਼ੀਅਤਾਂ ਤੁਸੀਂ ਵੀ ਝੱਲੀਆਂ, ਜ਼ਖਮ ਤੁਸੀਂ ਵੀ ਝੱਲੇ, ਬੱਚੇ ਨੇ ਵੀ ਜ਼ਖਮ ਝੱਲੇ, ਤੁਸੀਂ ਕੀ ਕਾਰਨ ਮੰਨਦੇ ਹੋ? ਇਸ ਤਰ੍ਹਾਂ ਦਾ ਕਿਉਂ ਹੋਇਆ ਤੁਹਾਡੇ ਨਾਲ? ਤੁਹਾਡੀ ਮਾਨਸਿਕਤਾ ਕੀ ਹੈ? ਇੱਕ ਮਾਂ ਦੀ ਮਾਨਸਿਕਤਾ ਕੀ ਹੈ? ਤੁਸੀਂ ਤਾਂ ਨੇਕ ਕੰਮ ਲਈ ਕੀਤਾ ਸੀ। ਨਹੀਂ, ਮੇਰੇ ਕੋਲੇ ਬੋਲਣ ਨੂੰ ਕੁਝ ਨਹੀਂ। ਸੋ ਇਹ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾਈਆਂ ਨੇ, ਗੱਲਬਾਤ ਤੁਹਾਨੂੰ ਅਸੀਂ ਸੁਣਵਾਈ ਹੈ। ਫਿਰ ਜ਼ਿੰਦਗੀ ਤੋਂ ਕੀ ਸਬਕ ਲਿਆ? ਆਖਰ ਦੇ ਵਿੱਚ ਸਾਨੂੰ ਇਹ ਸਮਝਾਓ, ਜ਼ਿੰਦਗੀ ਦੇ ਵਿੱਚੋਂ ਕੀ ਸਬਕ ਲਿਆ? ਲੋਕਾਂ ਨੂੰ ਤੁਸੀਂ ਕੀ ਸੁਨੇਹਾ ਇਸ ਵੀਡੀਓ ਜ਼ਰੀਏ ਦੇਣਾ ਚਾਹੁੰਦੇ ਹੋ? ਲੋਕਾਂ ਨੂੰ 2 ਸੁਨੇਹੇ ਦੇਣਾ ਚਾਹੁੰਦਾ ਜੀ। ਫਿਲਹਾਲ ਮੈਂ 40 ਸਾਲ ਦੀ ਉਮਰ ਦੇ ਵਿੱਚ ਆ ਗਿਆ। ਇਹ 40 ਸਾਲਾਂ ਦੇ ਵਿੱਚ ਇਹੀ ਸਿੱਖਿਆ ਕਿ ਸਭ ਤੋਂ ਪਹਿਲਾਂ ਤਾਂ ਕੁਦਰਤ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਨਾ ਦਿਓ, ਕੁਦਰਤ ਦਾ ਸਤਿਕਾਰ ਕਰੋ। ਕੁਦਰਤ ਬਹੁਤ ਬਲਵਾਨ ਆ। ਠੀਕ ਆ ਕਿ ਮਾਡਰਨ ਮੈਡੀਸਨ ਜਾਂ ਮਾਡਰਨ ਸਾਇੰਸ ਲਗਾ ਲਓ, ਬਹੁਤ ਤਰੱਕੀਆਂ ਕਰ ਰਹੀ ਹੈ, ਜਿੰਨੀ ਮਰਜ਼ੀ ਕਰੀ ਜਾਵੇ, ਪਰ ਨੇਚਰ ਤੋਂ ਅੱਗੇ ਨਹੀਂ ਜਾ ਸਕਦੀ। ਇਸੇ ਲਈ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਨੇਚਰੋਪੈਥੀ ਦੀ ਕੰਸਲਟੈਂਸੀ ਰਾਹੀਂ ਲੋਕਾਂ ਨੂੰ ਗਾਈਡ ਕਰ ਰਿਹਾ ਕਿ ਜਿੰਨੀਆਂ ਵੀ ਬਿਮਾਰੀਆਂ ਨੇ, ਜਿੰਨੀਆਂ ਵੀ ਅਲਾਮਤਾਂ ਨੇ, ਨੇਚਰੋਪੈਥੀ ਰਾਹੀਂ ਉਹਦਾ ਟਰੀਟਮੈਂਟ ਕਰਵਾਉਣ ਦੀ ਕੋਸ਼ਿਸ਼ ਕਰੋ। ਜਿੱਥੇ ਵੀ ਤੁਹਾਨੂੰ ਸਰਜਰੀ ਦੀ ਲੋੜ ਪੈਂਦੀ ਹੈ, ਸਰਜਰੀ ਤੋਂ ਪਹਿਲਾਂ ਨੇਚਰੋਪੈਥੀ ਜ਼ਰੂਰ ਅਪਣਾਓ।
100 ਦੇ ਵਿੱਚੋਂ ਅਸੀਂ ਮੰਨ ਕੇ ਚੱਲਦੇ ਹਾਂ ਕਿ 90% ਤੁਹਾਨੂੰ ਆਪਰੇਸ਼ਨ ਦੀ ਲੋੜ ਨਹੀਂ ਪਊ, ਜਿਹੜਾ ਮਰਜ਼ੀ ਆਪਰੇਸ਼ਨ ਆ। ਠੀਕ ਹੈ ਜੀ। ਕੁਦਰਤ ਦਾ ਸਤਿਕਾਰ ਕਰਨ ਲੱਗੋਗੇ, ਤੁਹਾਡੀਆਂ ਬਿਮਾਰੀਆਂ ਤੋਂ ਤੁਹਾਨੂੰ ਜ਼ਰੂਰ ਖੈਰ ਮਿਲੂਗੀ, ਤੁਸੀਂ ਬਚ ਸਕਦੇ ਹੋ। ਤੇ ਤੁਸੀਂ ਦੱਸ ਰਹੇ ਸੀ ਕਿ ਹੁਣ ਤੇ ਤੁਸੀਂ ਆਪਣਾ ਮਿਸ਼ਨ ਹੀ ਬਣਾ ਲਿਆ ਕਿ ਲੋਕਾਂ ਨੂੰ ਕੁਦਰਤ ਦੇ ਨਾਲ ਜੋੜ ਕੇ ਹੀ ਤੁਸੀਂ ਆਪਣਾ ਫਰਨੀਚਰ ਦਾ ਤੁਹਾਡਾ ਵੱਡਾ ਸ਼ੋਰੂਮ ਸੀ, ਵੱਡਾ ਕਾਰੋਬਾਰ ਸੀ, ਉਹ ਸਭ ਕੁਝ ਛੱਡ ਕੇ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਤਾਂ ਮਿਸ਼ਨ ਹੀ ਬਣਾ ਲਿਆ। ਪਿਛਲੇ 3-3.5 ਸਾਲ ਤੋਂ ਤੁਸੀਂ ਲਤਾੜੇ ਦੇ ਵਿੱਚ ਜਾਗਰੂਕ ਕਰਕੇ ਲੋਕਾਂ ਨੂੰ ਕੁਦਰਤੀ ਇਲਾਜ ਵੱਲ ਪ੍ਰੇਰਿਤ ਕਰਦੇ ਹੋ। ਜੀ ਹਾਂ, ਬਿਲਕੁਲ ਸਹੀ ਹੈ। ਮੇਰੇ ਬੱਚੇ ਦੀ ਐਕਸਪਾਇਰੀ ਤੋਂ ਬਾਅਦ ਮੈਨੂੰ ਪਤਾ ਲੱਗਿਆ ਐਕਚੁਅਲੀ ਕਿ ਵੱਡੇ ਹਸਪਤਾਲਾਂ ਦੇ ਹਾਲਾਤ ਕੀ ਨੇ। ਵੱਡੀਆਂ ਬਿਲਡਿੰਗਾਂ ਕੋਟ ਪਾਏ ਹੋਏ ਨੇ, ਪਰ ਇਹ ਪੂਰੀ ਤਰ੍ਹਾਂ ਗੈਰ ਇਨਸਾਨੀ ਹਰਕਤਾਂ ਹੋ ਰਹੀਆਂ ਨੇ। ਮੈਨੂੰ ਉਹਨਾਂ ਦੀ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ, ਪੜ੍ਹਾਈਆਂ ਦੇ ਉੱਪਰ ਕੋਈ ਸ਼ੱਕ ਨਹੀਂ, ਨੋ ਡਾਊਟ ਕਿ ਉਹ ਕਾਫੀ ਸਾਰੇ ਲੋਕਾਂ ਨੂੰ ਬਚਾ ਜਾਂਦੇ ਆ। ਪਰ ਉੱਥੇ ਜੇ ਸੀਰੀਅਸ ਹੋਣ, ਇਨਸਾਨ ਨੂੰ ਇਨਸਾਨ ਮੰਨ ਕੇ ਅੱਗੇ ਚੱਲਣ, ਤਾਂ ਹੋਰ ਜ਼ਿਆਦਾ ਵਧੀਆ ਪਰਫਾਰਮੈਂਸ ਕਰ ਸਕਦੇ ਆ। ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ, ਪਰ ਮੈਂ ਉੱਥੇ ਮੇਰੇ ਬੱਚੇ ਤੋਂ ਇਲਾਵਾ ਹੋਰ ਵੀ ਲੋਕਾਂ ਨੂੰ ਮੈਂ ਦੇਖਦਾ ਸੀ ਇਹੋ ਜਿਹੇ ਵਰਤਾਰੇ ਮਤਲਬ ਬਹੁਤ ਜ਼ਿਆਦਾ ਦਿਲ ਨੂੰ ਤਕਲੀਫ ਦਿੰਦੇ ਆ ਕਿ ਇੱਕ ਇਨਸਾਨ ਦੂਸਰੇ ਇਨਸਾਨ ਦੇ ਪ੍ਰਤੀ ਕਿੱਦਾਂ ਇੰਨਾ ਰਫ ਹੋ ਸਕਦਾ। ਮੈਂ ਇਸ ਚੀਜ਼ ਨੂੰ ਬਿਆਨ ਹੀ ਨਹੀਂ ਕਰ ਸਕਦਾ। ਫਿਰ ਲੋਕਾਂ ਨੂੰ ਕਿਹੜੀ ਬਿਮਾਰੀਆਂ ਪ੍ਰਤੀ ਤੁਸੀਂ ਜਾਗਰੂਕ ਕਰਦੇ ਹੋ? ਤੁਸੀਂ ਕੋਈ ਟ੍ਰੀਟਮੈਂਟ ਵੀ ਕਰਦੇ ਹੋ? ਤੁਸੀਂ ਦੱਸ ਰਹੇ ਸੀ ਕਿ ਤੁਸੀਂ ਬਤੌਰ ਕੰਸਲਟੈਂਟ ਵੀ ਕੰਮ ਕਰਦੇ ਹੋ। ਜੀ, ਉੱਥੋਂ ਆਉਣ ਤੋਂ ਬਾਅਦ ਵੈਸੇ ਤਾਂ ਮੇਰਾ ਪਹਿਲਾਂ ਵੀ ਸ਼ੌਕ ਸੀ। ਮੈਂ ਆਯੁਰਵੈਦ ਦੀਆਂ ਚੀਜ਼ਾਂ, ਆਯੁਰਵੈਦ ਨਾਲ ਲੋਕਾਂ ਦੇ ਟ੍ਰੀਟਮੈਂਟ ਜਾਂ ਖੁਦ ਦੇ ਟ੍ਰੀਟਮੈਂਟ, ਇਹਨਾਂ ਚੀਜ਼ਾਂ ਬਾਰੇ ਸਟੱਡੀ ਕਰਦਾ ਸੀ। ਮੈਂ ਡਿਪਲੋਮਾ ਵੀ ਕੀਤਾ ਨੇਚਰੋਪੈਥੀ ਦਾ, ਪਰ ਮੈਂ ਪ੍ਰੈਕਟਿਸ ਨਹੀਂ ਸੀ ਕਰਦਾ। ਪਰ ਜਦੋਂ ਮੇਰੇ ਨਾਲ ਇਸ ਤਰ੍ਹਾਂ ਦੇ ਹਾਲਾਤ ਬਣ ਗਏ, ਮੈਂ ਸਾਰਾ ਕੁਝ ਅੰਦਰ ਜਾ ਕੇ ਦੇਖਿਆ। ਇਸ ਦਰਿਆ ਦੇ ਅੰਦਰ ਮੈਂ ਬਹੁਤ ਸਾਰੇ ਲੋਕਾਂ ਦੀ ਅੰਨੀ ਲੁੱਟ ਹੁੰਦੀ ਦੇਖੀ ਬਿਨਾਂ ਕਿਸੇ ਕਾਰਨ ਤੋਂ। ਕਾਫੀ ਜ਼ਿਆਦਾ ਮੈਂ ਡਾਕਟਰ ਦਾ ਮਤਲਬ ਪ੍ਰੋਫੈਸ਼ਨ 3.5 ਮਹੀਨੇ ਹੌਸਪੀਟਲਾਂ ਦੇ ਵਿੱਚ, ਵੱਡੇ ਵੱਡੇ ਹੌਸਪੀਟਲਾਂ ਦੇ ਵਿੱਚ ਹਰ ਚੀਜ਼ ਨੂੰ ਮੈਂ ਸਟੱਡੀ ਕਰਨਾ। ਇਹ ਕਹਿ ਸਕਦਾ ਕਿ ਅੱਧਾ ਡਾਕਟਰ ਤਾਂ ਮੈਂ ਉੱਥੇ ਬਣ ਗਿਆ ਸੀ। ਅਤੇ ਮੈਂ ਇਹੀ ਗੱਲ ਠਾਣ ਲਈ ਕਿ ਨੇਚਰੋਪੈਥੀ ਜਾਂ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ। 100 ਦੇ ਵਿੱਚੋਂ 90 ਮਰੀਜ਼ ਤਾਂ ਬਿਨਾਂ ਮਤਲਬ ਤੋਂ ਦਵਾਈਆਂ ਖਾ ਰਹੇ ਆ, ਜਦੋਂ ਕਿ ਲੋਕ ਬਿਮਾਰ ਹੀ ਨਹੀਂ ਹੈਗੇ। ਜੇ ਆਪਾਂ ਆਪਣਾ ਖਾਣਾ ਪੀਣਾ ਸਹੀ ਕਰ ਦਈਏ ਤਾਂ ਬਿਮਾਰੀ ਆਪਾਂ ਨੂੰ ਰਹੂਗੀ ਨਹੀਂ। ਇਸ ਚੀਜ਼ ਬਾਰੇ ਮੈਂ ਲੋਕਾਂ ਨੂੰ ਬਹੁਤ ਅਵੇਅਰ ਕਰਦਾ। ਅਤੇ ਖਾਸ ਮੈਂ 3-4 ਬਿਮਾਰੀਆਂ ਜਿਨ੍ਹਾਂ ਦਾ ਹਰ ਹਾਲਤ ਦੇ ਵਿੱਚ ਆਪਰੇਸ਼ਨ ਦੱਸਿਆ ਜਾਂਦਾ, ਮੈਂ ਉਹਨਾਂ ਦੇ ਉੱਪਰ ਕੋਸ਼ਿਸ਼ ਕੀਤੀ, ਫ੍ਰੀ ਦੇ ਵਿੱਚ ਟਰਾਇਲ ਕੀਤੇ। ਮੈਂ ਲੋਕਾਂ ਨੂੰ ਫ੍ਰੀ ਆਯੁਰਵੈਦਿਕ ਮੈਡੀਸਨ ਜਾਂ ਨੇਚਰੋਪੈਥੀ ਟ੍ਰੀਟਮੈਂਟ ਦਿੱਤਾ। ਪਹਿਲੇ ਸ਼ੁਰੂਆਤ ਦੇ ਦੌਰ ਦੇ ਵਿੱਚ ਮੈਂ ਫ੍ਰੀ ਦੇ ਵਿੱਚ, ਬਿਲਕੁਲ ਫ੍ਰੀ ਦੇ ਵਿੱਚ ਟ੍ਰੀਟਮੈਂਟ ਦਿੱਤਾ ਲੋਕਾਂ ਨੂੰ। ਤਾਂ ਮੈਨੂੰ ਉੱਥੋਂ ਪਤਾ ਲੱਗਿਆ ਕਿ ਇਹ ਚੀਜ਼ਾਂ ਬਿਲਕੁਲ ਡੈਫੀਨੇਟਲੀ ਕੰਮ ਕਰਦੀਆਂ ਅਤੇ ਲੋਕਾਂ ਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ। ਉਦਾਹਰਨ ਵਜੋਂ ਮੰਨ ਲਓ ਹਰਨੀਆਂ ਦਾ ਆਪਰੇਸ਼ਨ ਕੀਤਾ ਜਾਂਦਾ। ਮੈਂ ਨੋਰਮਲੀ ਜਾਲੀ ਪਾ ਦਿੱਤੀ ਜਾਂਦੀ ਹੈ। ਸੈਕਿੰਡ ਪ੍ਰੋਬਲਮ ਫਿਰ ਬਾਰ-ਬਾਰ ਵੀ ਆਉਂਦੀ ਹੈ, ਪਰ ਇਹਨੂੰ ਨੈਚੁਰਲੀ ਬਿਨਾਂ ਬਿਨਾਂ ਆਪਰੇਸ਼ਨ ਤੋਂ ਵੀ ਠੀਕ ਕੀਤਾ ਜਾ ਸਕਦਾ। ਮੈਂ ਇਹ ਟ੍ਰੀਟਮੈਂਟ ਕੀਤਾ ਸੀ ਲਤਾਲੇ ਪਿੰਡ ਦੇ ਵਿੱਚ ਸਰਦਾਰ ਜੋਰਾ ਸਿੰਘ ਨੇ, ਜੋ ਆਪਰੇਸ਼ਨ ਦੀ ਡੇਟ ਲੈ ਚੁੱਕੇ ਸੀ। ਰਿਕੁਐਸਟ ਕਰਕੇ ਮੈਂ ਉਹਨਾਂ ਦੀ ਡੇਟ ਰੋਕੀ ਸੀ ਆਪਰੇਸ਼ਨ ਦੀ, ਵੀ ਤੁਸੀਂ ਆਪਰੇਸ਼ਨ ਹਲੇ ਨਾ ਕਰਾਓ, ਕੁਝ ਸਮਾਂ ਤੁਸੀਂ ਆਹ ਚੀਜ਼ਾਂ ਇਸਤੇਮਾਲ ਕਰਕੇ ਦੇਖੋ। ਹੋਰ ਕਿਹੜੀਆਂ ਤੁਸੀਂ ਟ੍ਰੀਟਮੈਂਟ ਕਰਦੇ ਹੋ? ਬਰੀਫ ਦੇ ਵਿੱਚ ਸਾਨੂੰ ਕਿਉਂਕਿ ਟਾਈਮ ਇਜਾਜ਼ਤ ਨਹੀਂ ਦਿੰਦਾ ਸਾਨੂੰ। ਟ੍ਰੀਟਮੈਂਟ ਲਗਭਗ ਕੋਈ ਵੀ ਪ੍ਰੋਬਲਮ ਜਿੱਥੇ ਤੁਹਾਨੂੰ ਲੱਗਦਾ ਕਿ ਮਾਡਰਨ ਮੈਡੀਸਨ ਕੰਮ ਨਹੀਂ ਆਏਗੀ, ਫੋਰ ਐਗਜ਼ਾਮਪਲ ਗੋਲ ਸਟੋਨ ਲਗਾ ਲਓ, ਪਿੱਤੇ ਦੀ ਪੱਥਰੀ ਲਗਾ ਲਓ, ਫੈਟੀ ਲੀਵਰ ਲਗਾ ਲਓ, ਜਾਂ ਕੁਝ ਲੇਡੀਜ਼ ਇਸ ਤਰ੍ਹਾਂ ਦੀਆਂ ਨੇ ਅੱਜ ਕੱਲ੍ਹ ਇਨਫਰਟੀਲਿਟੀ ਦਾ ਬਹੁਤ ਜ਼ਿਆਦਾ ਚੱਕਰ ਪਿਆ ਹੋਇਆ ਵਾ, ਬੱਚਾ ਨਹੀਂ ਹੋ ਰਿਹਾ ਲੋਕਾਂ ਨੂੰ ਫੈਮਿਲੀ ਦੇ ਵਿੱਚ, ਕਾਫੀ ਸਾਲ ਹੋ ਗਏ ਮੈਰਿਜ ਹੋਇਆਂ ਨੂੰ, ਜਾਂ ਬੱਚਿਆਂ ਦੇ ਵਿੱਚ ਰਸੌਲੀਆਂ ਲਗਾ ਲਓ, ਲਕੋਰੀਆ ਲਗਾ ਲਓ, ਸ਼ੂਗਰ ਲਗਾ ਲਓ, ਕੋਈ ਵੀ ਮਤਲਬ ਕੰਪਲੀਕੇਟਡ ਪ੍ਰੋਬਲਮ ਜਿੱਥੇ ਮਾਡਰਨ ਮੈਡੀਸਨ ਮਤਲਬ ਬਹੁਤੀ ਜ਼ਿਆਦਾ ਸਕਸੈਸਫੁਲ ਨਹੀਂ ਹੈਗੀ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਨੇਚਰੋਪੈਥੀ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਕਾਮਯਾਬ ਹੋ ਰਹੀ ਆ। ਔਰ ਇਹ ਮੇਰੇ ਪ੍ਰੈਕਟੀਕਲ ਐਕਸਪੀਰੀਅੰਸ ਹੈ ਕਿ ਨੇਚਰ ਤੋਂ ਵੱਡੇ ਕੋਈ ਚੀਜ਼ ਨਹੀਂ। ਇਸ ਚੀਜ਼ ਨੂੰ ਜ਼ਰੂਰ ਮੰਨਣਾ ਪਊ। ਕਿਤੇ ਨਾ ਕਿਤੇ ਅਸੀਂ ਡਾਕਟਰ ਦੀ ਵੀ ਨਿਰਾ ਪੂਰਾ ਕਸੂਰ ਨਹੀਂ ਕੱਢ ਸਕਦੇ ਜਾਂ ਹੌਸਪੀਟਲਸ ਦਾ ਨਹੀਂ ਕੱਢ ਸਕਦੇ। ਪਬਲਿਕ ਨੂੰ ਵੀ ਅਵੇਅਰ ਹੋਣਾ ਚਾਹੀਦਾ। ਪਬਲਿਕ ਵੀ ਤੁਰੰਤ ਹੀ ਠੀਕ ਹੋਣਾ ਚਾਹੁੰਦੀ ਹੈ ਕਿ ਇੱਕ ਟੈਬਲੇਟ ਖਾਧੀ ਅਤੇ ਮੈਨੂੰ ਥੋੜ੍ਹਾ ਜਿਹਾ ਰਿਲੈਕਸ ਮਿਲ ਗਿਆ, ਇੱਕ ਟੈਬਲੇਟ ਖਾਧੀ ਮੈਨੂੰ, ਉਹ ਟੈਬਲੇਟ ਸਿਰਫ ਬਿਮਾਰੀ ਨੂੰ ਦੱਬਦੀ ਹੈ, ਠੀਕ ਨਹੀਂ ਕਰਦੀ। ਥੋੜ੍ਹਾ ਜਿਹਾ ਲੋਕਾਂ ਨੂੰ ਸੋਚਣਾ ਪਊਗਾ ਕਿ ਅਸੀਂ ਆਪਣੇ ਆਪ ਨੂੰ ਪਰਮਾਨੈਂਟਲੀ ਠੀਕ ਕਰ ਸਕਦੇ। ਥੋੜ੍ਹਾ ਜਿਹਾ ਸਮਾਂ ਜ਼ਰੂਰ ਜ਼ਿਆਦਾ ਲੱਗਦਾ, ਸੋਚ ਬਦਲਣ ਦੀ ਜ਼ਰੂਰਤ ਹੈ ਇੱਥੇ। ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਤੁਹਾਡਾ ਤਜਰਬੇ ਹੋਏ ਨੇ ਹੌਸਪੀਟਲਸ ਦੇ ਵਿੱਚੋਂ, ਅਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਵੈਦ, ਮੈਂ ਕਹਿਣਾ ਕਿ ਤੁਹਾਨੂੰ
ਸਬਕ ਮਿਲਿਆ ਹੈ, ਤੁਸੀਂ ਰੱਬ ਦੇ ਕੰਮ ਦੇ ਵਿੱਚ ਤੁਸੀਂ ਖੁਦ ਇਹ ਗੱਲ ਮੰਨਦੇ ਹੋ ਕਿ ਰੱਬ ਦੇ ਕੰਮ ਦੇ ਵਿੱਚ ਤੁਸੀਂ ਜਿਹੜਾ ਦਖਲਅੰਦਾਜ਼ੀ ਕੀਤੀ ਤੇ ਉਸ ਤੋਂ ਬਾਅਦ ਰੱਬ ਨੇ ਤੁਹਾਨੂੰ, ਕੁਦਰਤ ਨੇ ਤੁਹਾਨੂੰ ਸਬਕ ਦਿੱਤਾ ਤੇ ਸਬਕ ਤੋਂ ਬਾਅਦ ਹੁਣ ਤੁਸੀਂ ਜਿਹੜਾ ਉਹ ਵੈਦ ਬਣ ਗਏ ਹੋ। ਤੁਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਅਸੀਂ ਤਜਰਬੇ ਦੇ ਵੀ ਜਿਹੜੀ ਲੋਕਾਂ ਨਾਲ ਹੋਰ ਸਾਂਝੇ ਕਰਾਂਗੇ। ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੀ ਬਿਮਾਰੀਆਂ ਦਾ ਜਿਹੜਾ ਤੁਸੀਂ ਇਲਾਜ, ਪਿੱਤੇ ਦੀ ਪੱਥਰੀ ਦੀ ਤੁਸੀਂ ਗੱਲ ਕੀਤੀ ਹੈ ਤੇ ਅਸੀਂ ਇਸ ਤੇ ਤੁਹਾਡੇ ਨਾਲ ਖਾਸ ਗੱਲਬਾਤ ਕਰਾਂਗੇ। ਫਿਲਹਾਲ ਤੁਸੀਂ ਸਮਾਂ ਦਿੱਤਾ ਪੂਜਾ ਜੀ, ਤੁਸੀਂ ਅਸੀਂ ਤੁਹਾਡੇ ਕੋਲੋਂ ਮਾਫੀ ਵੀ ਮੰਗਦੇ। ਇੱਕ ਵਾਰ ਅਸੀਂ ਤੁਹਾਡੇ ਜਿਹੜੇ ਜ਼ਖਮ ਨੇ ਉਹਨਾਂ ਨੂੰ ਕੁਰੇਦਿਆ, ਉਸ ਲਈ ਅਸੀਂ ਮਾਫੀ ਮੰਗਦੇ, ਪਰ ਕਿਤੇ ਨਾ ਕਿਤੇ ਇਹ ਗੱਲਾਂ ਬਾਹਰ ਆਉਣੀਆਂ ਬਹੁਤ ਜ਼ਰੂਰੀ ਸੀ, ਇਸ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਆਨੰਦ ਕੁਮਾਰ ਤੇ ਉਹਨਾਂ ਦੀ ਘਰਵਾਲੀ ਪੂਜਾ, ਜਿਨ੍ਹਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਹੈ, ਸਾਫ਼-ਸਾਫ਼ ਮੰਨਿਆ ਹੈ ਕਿ ਅਜੇ ਵੀ ਵੇਲਾ ਹੈ ਕਿ ਅਸੀਂ ਬੈਕ ਟੂ ਬੇਸਿਕ ਆਈਏ, ਯਾਨੀ ਕਿ ਕੁਦਰਤ ਵੱਲ ਨੂੰ ਮੋੜਾ ਪਾਈਏ। ਜੇਕਰ ਅਸੀਂ ਇਸੇ ਤਰੀਕੇ ਨਾਲ ਕੁਦਰਤ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਾਂਗੇ, ਯਾਨੀ ਕਿ ਪ੍ਰਦੂਸ਼ਣ ਫੈਲਾਵਾਂਗੇ, ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੀ ਮਨੁੱਖਤਾ ਨੂੰ ਇਸ ਦੀ ਕੀਮਤ ਹੈ ਜਿਹੜੀ ਉਹ ਚੁਕਾਉਣੀ ਪੈ ਸਕਦੀ ਹੈ। ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦੱਸਿਓ। ਫਿਰ ਵੀ ਪੂਜਾ ਜਾਂ ਫਿਰ ਆਨੰਦ ਹੋਰਾਂ ਨਾਲ ਕਿਸੇ ਦੀ ਜੋ ਸਵਾਲ ਹੈਗੇ ਨੇ, ਕੋਈ ਸਵਾਲ ਕਰਨਾ ਚਾਹੁੰਦਾ, ਕੋਈ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਆਪਣੀ ਬਿਮਾਰੀ ਬਾਰੇ, ਕਿਉਂਕਿ ਇਹਨਾਂ ਨੂੰ ਤਜਰਬਾ, ਇਹ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ 3 ਮਹੀਨਿਆਂ ਦੇ ਵਿੱਚ 3.5 ਸਾਲ ਜਿੰਨਾ ਜਿਹੜਾ ਇਹਨਾਂ ਨੂੰ ਤਜਰਬਾ ਆਇਆ, ਉਹਨਾਂ ਨਾਲ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।